आप लिहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੇਦੀ ਦੇਹਣ ਪੱਲੇ ਬੰਸ, ਸੋਢੀ ਇਕੱਠੇ ਭੇ ਜਨ ਹੰਸ। ਕਰਨੋ ਹੈ ਅਸ ਕਾਰਜ ਕੌਣ, ਸਕਲ ਮਿਲੇ ਕਹਿ ਕੇ ਇੱਕ ਪਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਗੁਰੂ ਚਰਨਾਂ 'ਚ ਬੈਠ ਕੇ ਆਪਣੇ ਜੀਵਨ ਦੀਆਂ ਕੀਮਤੀ ਘੜੀਆਂ ਗੁਰੂ ਲੇਖੇ ਲਾ ਰਹੇ ਹੋ। ਅਤਿਅੰਤ ਵੱਡੇ ਭਾਗਾਂ ਵਾਲੇ ਹੋ। ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੇ ਪਾਠ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਗੁਰ ਇਤਿਹਾਸ ਦੀ ਲੜੀਵਾਰ ਕਥਾ ਨਾਲ ਜੁੜ ਜਾਈਏ। ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦਾ ਦਰਬਾਰ ਸਜਿਆ ਹੋਇਆ ਹੈ। ਬੇਦੀ ਤ੍ਰੇਹਣ ਭੱਲੇ ਸੋਢੀ ਸਾਹਿਬਜ਼ਾਦੇ, ਗੁਰੂ ਘਰ ਦੇ ਮੁਖੀ ਮਸੰਦ, ਨਾਮ ਰਸੀਏ ਗੁਰਸਿੱਖ, ਅਨੰਤ ਪ੍ਰਕਾਰ ਦੀਆਂ ਸੰਗਤਾਂ ਬੈਠੀਆਂ ਹਨ। ਵਿਚਾਰ ਇਸ ਵਿਸ਼ੇ ਤੇ ਚੱਲ ਰਹੀ ਹੈ ਕਿ ਔਰੰਗਜ਼ੇਬ ਬਾਦਸ਼ਾਹ ਦੀ ਕਚਹਿਰੀ ਵਿੱਚ ਜਾਣ ਦਾ ਜੋ ਸੱਦਾ ਆਇਆ ਹੈ, ਹੁਣ ਉੱਥੇ ਕੌਣ ਜਾਵੇਗਾ? ਕਿਉਂਕਿ ਜਿਹੜਾ ਵੀ ਉੱਥੇ ਜਾਵੇ ਉਹ ਪੂਰਨ ਪੁਰਸ਼ ਹੋਣਾ ਚਾਹੀਦਾ ਹੈ, ਸਰਬ ਸ਼ਕਤੀ ਵਾਲਾ ਹੋਣਾ ਚਾਹੀਦਾ ਹੈ, ਔਰ ਗੁਰੂ ਘਰ ਦੀ ਮਾਨ ਮਰਜ਼ਾਦਾ ਨੂੰ ਵੀ ਜਾਣਨ ਵਾਲਾ ਹੋਣਾ ਚਾਹੀਦਾ ਹੈ। ਸੋ ਸਾਰਿਆਂ ਨੇ ਇਹ ਗੱਲ ਸੁਣ ਕੇ ਆਖਿਆ, ਸੱਚੇ ਪਾਤਸ਼ਾਹ ਆਪ ਜੀ ਦਾ ਹੁਕਮ ਸਿਰ ਮੱਥੇ ਤੇ ਹੈ, ਜਿੱਥੇ ਵੀ ਭੇਜੋ ਜਾਣ ਨੂੰ ਤਿਆਰ ਹਾਂ। ਪਰ ਔਰੰਗਜ਼ੇਬ ਦੀ ਕਚਹਿਰੀ ਵਿੱਚ ਜਾ ਕੇ ਗੁਰੂ ਘਰ ਦਾ ਪੱਖ ਪੇਸ਼ ਕਰਨ ਦੀ ਸਮਰੱਥਾ ਸਾਡੇ ਵਿੱਚ ਨਜ਼ਰ ਨਹੀਂ ਆਉਂਦੀ। ਇਸ ਕਰਕੇ ਆਪ ਜੀ ਹੀ ਇਸ ਕਾਰਜ ਲਈ ਦਿੱਲੀ ਜਾਓ। ਆਪ ਜੀ ਇਸ ਮੋਰਚੇ ਨੂੰ ਫਤਿਹ ਕਰ ਸਕਦੇ ਹੋ। ਔਰੰਗਜ਼ੇਬ ਬੜਾ ਬਾਦੀ, ਝਗੜਾਲੂ, ਈਰਖਾਲੂ ਹੈ, ਹਰ ਇੱਕ ਬੰਦੇ ਦੇ ਵੱਸ ਆਉਣ ਵਾਲਾ ਨਹੀਂ। ਪਰ ਤੁਹਾਡੇ ਤੋਂ ਉਹ ਕਿਸੇ ਤਰ੍ਹਾਂ ਵੀ ਬਾਹਰ ਜਾ ਨਹੀਂ ਸਕਦਾ। ਤੁਹਾਡੀ ਸਮਰੱਥਾ ਬਹੁਤ ਵੱਡੀ ਹੈ। ਸਤਿਗੁਰੂ ਜੀ ਨੇ ਕਿਹਾ, ਇਸ ਵਚਨ ਤਾਂ ਠੀਕ ਹੈ ਕਿ ਸਾਨੂੰ ਜਾਣਾ ਚਾਹੀਦਾ ਹੈ, ਪਰ ਅਸੀਂ ਇਹ ਪਰਨ ਕੀਤਾ ਹੈ ਵੀ ਮਲੇਸ਼ ਦੇ ਦਰਸ਼ਨ ਨਹੀਂ ਕਰਨੇ, ਨਾ ਉਹਦੇ ਮੱਥੇ ਲੱਗਣਾ ਹੈ, ਨਾ ਉਹਦਾ ਮੂੰਹ ਵੇਖਣਾ ਹੈ। ਜਿਸ ਨੇ ਪਾਪ ਕੀਤੇ ਨੇ, ਅਧਰਮ ਕੀਤਾ ਹੈ, ਆਪਣੇ ਭਾਈ ਵੀ ਨਹੀਂ ਬਖਸ਼ੇ ਅਤੇ ਬੜੇ ਬੜੇ ਮਹਾਂਪੁਰਸ਼ਾਂ ਨੂੰ ਦੁੱਖ ਦਿੱਤੇ ਹਨ, ਧਰਮ ਸਥਾਨਾਂ ਦੀ ਬੇਅਦਬੀ ਕੀਤੀ ਹੈ, ਇਹੋ ਜਿਹੇ ਮੁਤੱਸਬੀ ਬੰਦੇ ਦੇ ਦਰਸ਼ਨ ਸਾਨੂੰ ਨਹੀਂ ਕਰਨੇ ਚਾਹੀਦੇ। ਇਸ ਕਰਕੇ ਅਸੀਂ ਪਰਨ ਕੀਤਾ ਹੋਇਆ, ਹਮ ਨ ਮਲੇਸ਼ ਕੋ ਦਰਸ਼ਨ ਦੇ। ਇਸ ਕਰਕੇ ਅਸੀਂ ਜੰਗ ਦੀ ਤਿਆਰੀ ਕਰਾਂਗੇ। ਜੇ ਲੋੜ ਪਏਗੀ, ਬਾਦਸ਼ਾਹ ਜ਼ਬਰਦਸਤੀ ਕਰੇਗਾ, ਧੱਕਾ ਕਰੇਗਾ, ਫਿਰ ਜੰਗ ਕਰਾਂਗੇ। ਜੇ ਲੋੜ ਪਈ ਫਿਰ ਮਾਲਵੇ ਦੇਸ਼ ਵੱਲ ਚਲੇ ਜਾਵਾਂਗੇ। ਸਿੱਖਾਂ ਨੇ ਇਹ ਬੇਨਤੀ ਕੀਤੀ, ਮਹਾਰਾਜ ਠੀਕ ਹੈ ਕਿ ਆਪ ਜੀ ਦਾ ਇਰਾਦਾ ਜੰਗ ਦਾ, ਅਸੀਂ ਵੀ ਤਿਆਰ ਹਾਂ, ਪਰ ਜਿੱਥੋਂ ਤੱਕ ਹੋ ਸਕੇ ਜੰਗ ਟਾਲਣਾ ਚਾਹੀਦਾ। ਨਾਲੇ 6ਵੇਂ ਪਾਤਸ਼ਾਹ ਦਾ ਆਪ ਜੀ ਨੂੰ ਬਚਨ ਵੀ ਹੈ ਵੀ ਦੁਸ਼ਮਣ ਚੜ੍ਹ ਕੇ ਆਵੇਗਾ, ਉਤਰ ਕੇ ਜਾਵੇਗਾ, ਕੋਈ ਗੁਰੂ ਘਰ ਦੇ ਨਾਲ ਪੂਰਾ ਪੈ ਨਹੀਂ ਸਕੇਗਾ। ਸੋ ਆਪ ਜੀ ਸਮਰੱਥ ਹੋ। ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਰਹਿਮਤ ਕਰੋ, ਕੋਈ ਵਿਚਕਾਰਲਾ ਰਸਤਾ ਲੱਭੀਏ। ਇਹ ਵਿਚਾਰ ਅਜੇ ਚੱਲ ਰਹੀ ਸੀ ਕਿ ਬਾਬਾ ਰਾਮ ਰਾਏ ਜੀ ਦਰਬਾਰ ਵਿੱਚ ਆ ਗਏ। ਉਹਨਾਂ ਨੇ ਸਾਰਿਆਂ ਵੱਲ ਹੈਰਾਨੀ ਨਾਲ ਵੇਖਿਆ ਤੇ ਪੁੱਛਿਆ ਵੀ ਕੀ ਕਾਰਨ ਹੈ? ਬੇਦੀ ਤ੍ਰੇਹਣ ਭੱਲੇ ਆਦਿਕ ਸਾਰੇ ਸਾਹਿਬਜ਼ਾਦੇ ਬੈਠੇ ਹੋ, ਕੀ ਵਿਚਾਰ ਚੱਲ ਰਹੀ ਹੈ? ਬਾਬਾ ਰਾਮ ਰਾਏ ਜੀ ਕਿਵੇਂ ਪੁੱਛਦੇ ਹਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਬੈਠੇ ਹੋਏ ਗੁਰਸਿੱਖ ਉਹਨਾਂ ਨੂੰ ਕਿਵੇਂ ਦੱਸਦੇ ਹਨ? ਇਹ ਕਥਾ ਪ੍ਰੇਮ ਨਾਲ ਸਰਵਣ ਕਰੀਏ। ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੇਦੀ ਦੇਹਣ ਪੱਲੇ ਬੰਸ, ਬੇਦੀ ਤ੍ਰੇਹਣ ਭੱਲੇ ਜਿਹੜੇ ਗੁਰੂ ਵੰਸ਼ ਦੇ ਸਾਹਿਬਜ਼ਾਦੇ ਹੋ, ਸੋਢੀ
ਇਕੱਠੇ ਭੇਜਨ ਹੰਸ। ਆ ਸੋਢੀ ਆਦਿਕ ਸਾਰੇ ਇਦਾਂ ਬੈਠੇ ਜਿਵੇਂ ਹੰਸ ਇਕੱਠੇ ਹੁੰਦੇ ਹਨ। ਕਰਨੋ ਹੈ ਅਸ ਕਾਰਜ ਕੌਣ। ਅੱਜ ਇਹ ਹੰਸਾਂ ਦੀ ਡਾਰ ਕਿਸ ਵਿਸ਼ੇ ਤੇ ਵਿਚਾਰ ਕਰ ਰਹੀ ਹੈ? ਇਹੋ ਜਿਹਾ ਕਿਹੜਾ ਕੰਮ ਹੈ ਜਿਸ ਨੂੰ ਕਰਨ ਵਾਸਤੇ ਤੁਸੀਂ ਸਾਰੇ ਇਕੱਤਰ ਹੋਏ ਹੋ? ਸਕਲ ਮਿਲੇ ਕਹਿ ਕੇ ਇੱਕ ਭਾਨ। ਸਾਰੇ ਇੱਕ ਥਾਂ ਤੇ ਇਕੱਠੇ ਹੋ ਕੇ ਬੈਠੇ ਹੋ। ਤੁਹਾਡਾ ਇੱਥੇ ਇੰਨਿਆਂ ਲੋਕਾਂ ਦਾ ਇਕੱਠੇ ਹੋ ਕੇ ਬੈਠਣ ਦਾ ਕੀ ਪ੍ਰਯੋਜਨ ਹੈ? ਸਾਰਿਆਂ ਦਾ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਸੁਣ ਕੇ ਇੱਕ ਬੇਦੀ ਨੇ ਕਹਿਓ। ਤਾਂ ਇਹ ਬਚਨ ਬਾਬਾ ਰਾਮ ਰਾਏ ਜੀ ਤੋਂ ਸੁਣ ਕੇ ਇੱਕ ਬੇਦੀ ਸਾਹਿਬਜ਼ਾਦਾ ਬੋਲਿਆ, ਨਾਰੰਗ ਬਾਦੀ ਅਤ ਤਪ ਰਹਿਓ। ਇਹ ਬਾਬਾ ਰਾਮ ਰਾਏ ਜੀ, ਔਰੰਗਜ਼ੇਬ ਜੋ ਬਾਦੀ ਹੈ, ਝਗੜਾਲੂ ਹੈ, ਇਸ ਵੇਲੇ ਉਹਦਾ ਤਪ ਤੇਜ ਬੜਾ ਜ਼ਿਆਦਾ ਸਾਰੇ ਪਾਸੇ ਪਸਰਿਆ ਹੋਇਆ ਹੈ। ਕਰਾਮਾਤ ਹਿਰਨ ਕੇ ਕਾਰਨ। ਔਰੰਗਜ਼ੇਬ ਸੰਤਾਂ ਮਹਾਂਪੁਰਸ਼ਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਕਰਾਮਾਤ ਵੇਖਣ ਵਾਸਤੇ। ਪਰ ਦਿੱਲੀ ਮਹਿ ਕਰਹਿ ਕਾਰਨ। ਔਰ ਉਹ ਦਿੱਲੀ 'ਚ ਸਾਨੂੰ ਬੁਲਾਉਣਾ ਚਾਹੁੰਦਾ ਹੈ। ਗੁਰੂ ਸਾਹਿਬ ਜੀ ਨੂੰ ਉਸਨੇ ਸੱਦਾ ਭੇਜਿਆ ਹੈ। ਇਸ ਕਰਕੇ ਅਸੀਂ ਸਾਰੇ ਬੈਠੇ ਵਿਚਾਰ ਕਰ ਰਹੇ ਹਾਂ ਬਈ ਸਾਨੂੰ ਦਿੱਲੀ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ। ਜੇ ਜਾਣਾ ਚਾਹੀਦਾ ਤਾਂ ਕਿਸ ਨੂੰ ਭੇਜਿਆ ਜਾਵੇ, ਕੌਣ ਜਾਵੇ? ਦਰੋਹੀ ਸਭ ਹਿੰਦੂਆਂ ਕੇ ਜੋਏ। ਕਿਉਂਕਿ ਜਿੰਨੇ ਵੀ ਹਿੰਦੂਆਂ ਦੇ ਵੈਰੀ ਹਨ, ਹਿੰਦੂਆਂ ਦੇ ਦੁਸ਼ਮਣ ਹਨ, ਆਪਣੋ ਦੀਨ ਬਦਾਵਹਿ ਸੋਏ। ਉਹ ਸਭ ਦਿੱਲੀ 'ਚ ਇਕੱਠੇ ਹੋ ਗਏ ਨੇ ਔਰੰਗਜ਼ੇਬ ਦੀ ਕਚਹਿਰੀ ਵਿੱਚ। ਉਹ ਆਪਣਾ ਦੀਨ ਇਸਲਾਮ ਵਧਾਉਣਾ ਚਾਹੁੰਦੇ ਨੇ ਤੇ ਹਿੰਦੂ ਧਰਮ ਨੂੰ ਖਤਮ ਕਰਨਾ ਚਾਹੁੰਦੇ ਨੇ। ਕਰਹਿ ਸਭਨ ਸੋ ਤਰਕ ਕਨੇਰੇ। ਔਰ ਬੜੀਆਂ ਤਰਕਾਂ ਬਿਤਰਕਾਂ ਸ਼ੰਕੇ ਖੜੇ ਕਰ ਰਹੇ ਨੇ। ਉਹ ਸਾਰੇ ਧਰਮਾਂ ਦੀ, ਜਿੰਨੇ ਵੀ ਮਹਾਂਪੁਰਸ਼ਾਂ ਦੀਆਂ ਸੰਪਰਦਾਵਾਂ ਹਨ, ਸਾਰਿਆਂ ਦੀ ਖਿੱਲੀ ਉਡਾਉਂਦੇ ਨੇ, ਮਜ਼ਾਕ ਉਡਾਉਂਦੇ ਨੇ। ਸਾਧ ਸੰਗਤ ਜੀ, ਜਿਹੜਾ ਕਿਸੇ ਵੀ ਸੰਪਰਦਾ ਦਾ, ਕਿਸੇ ਵੀ ਧਰਮ ਦਾ ਮਜ਼ਾਕ ਉਡਾਉਂਦਾ ਹੈ, ਸਮਝੋ ਉਹ ਬੰਦਾ ਨਾਸਤਕ ਹੁੰਦਾ ਹੈ। ਗੁਰੂ ਸਾਹਿਬ ਜੀ ਨੇ ਗੁਰਬਾਣੀ 'ਚ ਕਿਸੇ ਧਰਮ ਦੀ ਨਿੰਦਾ ਨਹੀਂ ਕੀਤੀ, ਸਿਰਫ ਪਖੰਡ ਦੀ ਨਿੰਦਾ ਕੀਤੀ ਹੈ। ਪਖੰਡ ਭਾਵੇਂ ਹਿੰਦੂਆਂ 'ਚ ਹੋਵੇ, ਮੁਸਲਮਾਨਾਂ 'ਚ ਹੋਵੇ, ਸਿੱਖਾਂ 'ਚ ਹੋਵੇ, ਕਿਸੇ ਧਰਮ 'ਚ ਵੀ, ਈਸਾਈਆਂ 'ਚ ਹੋਵੇ, ਜੈਨੀਆਂ ਬੋਧੀਆਂ 'ਚ ਹੋਵੇ, ਗੁਰੂ ਸਾਹਿਬ ਨੇ ਪਖੰਡ ਨੂੰ ਖੰਡਨ ਕੀਤਾ ਹੈ। ਪਖੰਡ ਦੀ ਮਹਾਰਾਜ ਨੇ ਗੁਰਬਾਣੀ 'ਚ ਆਲੋਚਨਾ ਕੀਤੀ ਹੈ, ਪਰ ਕਿਸੇ ਧਰਮ ਦੀ ਨਹੀਂ ਕੀਤੀ, ਕਿਸੇ ਸੰਪਰਦਾ ਦੀ, ਕਿਸੇ ਜਾਤੀ ਵਿਸ਼ੇਸ਼ ਦੀ ਨਹੀਂ ਕੀਤੀ। ਆਮ ਲੋਕ ਇਹ ਸਮਝ ਲੈਂਦੇ ਆ ਵੀ ਇਹ ਗੁਰਬਾਣੀ 'ਚ ਦੂਜੇ ਧਰਮਾਂ ਦਾ ਖੰਡਨ ਹੈ। ਜੇ ਇੱਕ ਵੀ ਪੰਕਤੀ ਇਹੋ ਜਿਹੀ ਲੱਭ ਦਿਓ ਵੀ ਜਿੱਥੇ ਕਿਸੇ ਧਰਮ ਨੂੰ ਮਾੜਾ ਕਿਹਾ ਹੋਵੇ, ਗੁਰੂ ਗ੍ਰੰਥ ਸਾਹਿਬ 'ਚ ਬਿਲਕੁਲ ਨਹੀਂ ਕਿਹਾ। ਪਖੰਡ ਨੂੰ ਜ਼ਰੂਰ ਕਿਹਾ, ਜਿਹੜਾ ਪਖੰਡ ਕਰੇ। ਸਾਰੇ ਹਿੰਦੂ ਪਖੰਡ ਨਹੀਂ ਕਰਦੇ, ਸਾਰੇ ਮੁਸਲਮਾਨ ਵੀ ਪਖੰਡ ਨਹੀਂ ਕਰਦੇ, ਤੇ ਸਾਰੇ ਸੱਚੇ ਵੀ ਨਹੀਂ ਹੁੰਦੇ, ਪਖੰਡੀ ਵੀ ਹੁੰਦੇ ਹਨ। ਧਰਮਾਂ ਦੇ ਵਿੱਚ ਜਿਹੜੇ ਧਰਮ ਦਾ ਵਿਖਾਵਾ ਕਰਦੇ ਹਨ ਪਰ ਅੰਦਰੋਂ ਧਰਮੀ ਨਹੀਂ ਹੁੰਦੇ, ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਕੰਨਾਂ ਤੋਂ ਮਰੋੜਿਆ ਹੈ। ਬਾਕੀ ਸਭ ਧਰਮਾਂ ਦਾ ਗੁਰਬਾਣੀ 'ਚ ਸਤਿਕਾਰ ਕੀਤਾ ਹੈ। ਬਾਣੀ 'ਚ ਬਚਨ ਆਉਂਦਾ, ਦੇਵਤਿਆਂ ਦਰਸ਼ਨ ਕੈ ਤਾਈ, ਦੁਖ ਭੂਖ ਤੀਰਥ ਕੀਏ, ਜੋਗੀ ਜਤੀ ਜੁਗਤ ਮੈਂ ਰਹਤੇ, ਕਰ ਕਰ ਭਗਵੇਂ ਭੇਸ ਭਏ, ਤਉ ਕਾਰਨ ਸਾਹਿਬਾ ਰੰਗ ਰਤੇ। ਹੇ ਮੇਰੇ ਵਾਹਿਗੁਰੂ, ਸਾਰਾ ਕੁਝ ਤੇਰੇ ਵਾਸਤੇ ਹੋਇਆ। ਜਿੰਨੇ ਵੀ ਤੀਰਥ ਬਣੇ ਹਨ, ਤਪੱਸਿਆ ਸਾਧਨ ਬਣੇ ਨੇ, ਯੋਗ ਬਣੇ ਨੇ, ਜਿੰਨੀਆਂ ਵੀ ਸੰਪਰਦਾਵਾਂ ਦੇ ਵੱਖ-ਵੱਖ ਮਤ ਮਤਾਂਤਰ ਚੱਲੇ ਨੇ, ਸਭ ਤੈਨੂੰ ਮਿਲਣ ਵਾਸਤੇ ਹੀ ਚੱਲੇ ਨੇ। ਦੇਵਤਿਆਂ ਨੇ ਤੇਰੇ ਦਰਸ਼ਨ ਵਾਸਤੇ ਦੁੱਖ ਭੁੱਖ ਝੱਲੇ ਨੇ ਤੇ ਤੀਰਥਾਂ ਦੀਆਂ ਯਾਤਰਾ ਕੀਤੀਆਂ ਨੇ, ਤੀਰਥ ਬਣਾਏ ਨੇ। ਇਹ ਸਾਰਾ ਕੁਝ ਹੋਇਆ ਤੇ ਰੱਬ ਨੂੰ ਮਿਲਣ ਵਾਸਤੇ ਹੈ। ਇਹ ਗੱਲ ਵੱਖਰੀ ਹੈ ਵੀ ਪਖੰਡੀ ਲੋਕਾਂ ਨੇ ਇਹਨਾਂ ਮੰਦਰਾਂ 'ਚ, ਇਹਨਾਂ ਗੁਰਦੁਆਰਿਆਂ ਵਿੱਚ, ਇਹਨਾਂ ਧਰਮ ਸਥਾਨਾਂ 'ਤੇ, ਇਹਨਾਂ ਮਸੀਤਾਂ 'ਤੇ, ਇਹਨਾਂ ਪਾਵਨ ਪਵਿੱਤਰ ਤੀਰਥਾਂ 'ਤੇ ਕਬਜ਼ਾ ਕਰ ਲਿਆ ਹੈ। ਰੋਟੀ ਦਾ ਸਾਧਨ ਬਣਾ ਲਿਆ, ਇਸ ਨੂੰ ਆਪਣੀ ਆਮਦਨ ਦਾ ਸਾਧਨ ਬਣਾ ਲਿਆ ਹੈ। ਭਗਤੀ ਦਾ ਕੰਮ ਪਿੱਛੇ ਰਹਿ ਜਾਂਦਾ ਹੈ ਤੇ ਪਖੰਡ ਅੱਗੇ ਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਉਹਨਾਂ ਪਖੰਡੀਆਂ ਦਾ ਖੰਡਨ ਕੀਤਾ ਹੈ। ਸੋ ਮੁਸਲਮਾਨਾਂ ਦਾ ਜਿਹੜਾ ਇਸ ਵੇਲੇ ਬਾਦਸ਼ਾਹ ਬਣਿਆ ਔਰੰਗਜ਼ੇਬ,
ਜੇ ਤੇ ਉਹ ਪਖੰਡ ਦਾ ਖੰਡਨ ਕਰੇ ਤਾਂ ਬੜੀ ਚੰਗੀ ਗੱਲ ਹੈ, ਪਰ ਉਹ ਤਾਂ ਦੂਜੇ ਧਰਮਾਂ ਨੂੰ ਵੇਖਣਾ ਹੀ ਨਹੀਂ ਚਾਹੁੰਦਾ। ਉਹ ਕਹਿੰਦਾ ਕੋਈ ਧਰਮ ਰਹਿਣ ਹੀ ਨਹੀਂ ਦੇਣਾ। ਮੈਂ ਸਾਰੇ ਹਿੰਦੂ ਜਿੰਨੇ ਵੀ ਹਿੰਦੁਸਤਾਨ 'ਚ ਰਹਿੰਦੇ ਨੇ, ਭਾਵੇਂ ਉਹ ਹਿੰਦੂ ਹਨ, ਜੈਨੀ, ਬੋਧੀ ਹਨ ਜਾਂ ਸਿੱਖ, ਸਾਰਿਆਂ ਨੂੰ ਮੈਂ ਮੁਸਲਮਾਨ ਬਣਾਵਾਂਗਾ। ਮੁੱਲਾ ਕਾਜੀ ਗਨ ਜਿਸ ਹੇਰੇ। ਔਰ ਮੁੱਲਾ ਕਾਜੀ ਸਾਰੇ ਉਹਦੇ ਨਾਲ ਰਲੇ ਹੋਏ ਨੇ, ਉਹਦੀ ਪਿੱਠ ਤੇ ਖੜੇ ਹਨ, ਉਹਦੀ ਸਪੋਰਟ ਕਰਦੇ ਹਨ, ਉਹਨੂੰ ਸਲਾਹ ਪੁੱਠੀ ਦਿੰਦੇ ਹਨ। ਕਰਹਿ ਦਲੀਲ ਅਨੇਕ ਪ੍ਰਕਾਰ। ਕਾਜੀ ਮੁੱਲਾ ਕੁਰਾਨ ਵਿੱਚੋਂ ਤੇ ਧਰਮ ਗ੍ਰੰਥਾਂ ਵਿੱਚੋਂ ਬੜੀਆਂ ਦਲੀਲਾਂ ਕੱਢ ਕੇ ਦਿੰਦੇ ਹਨ। ਸਭਾ ਸਕਲ ਦੁਸ਼ਟਨ ਇਕਸਾਰ। ਔਰ ਦੁਸ਼ਟਾਂ ਦੀ ਸਾਰੀ ਸਭਾ ਇੱਕੋ ਜਿਹੀ ਹੈ। ਇਹ ਬਾਬਾ ਰਾਮ ਰਾਏ ਜੀ, ਉਹ ਸਾਰੇ ਹੀ ਚੋਰ ਤੇ ਕੁੱਤੀ ਰਲੇ ਹੋਏ ਨੇ। ਨਾ ਉੱਥੇ ਕੋਈ ਪਤਾ ਲੱਗਦਾ ਵੀ ਰਾਖਾ ਕੌਣ ਹੈ, ਤੇ ਨਾ ਪਤਾ ਲੱਗਦਾ ਵੀ ਦੇਸ਼ ਦਾ ਦੁਸ਼ਮਣ ਕੌਣ ਹੈ। ਦੇਸ਼ ਦੇ, ਕੌਮ ਦੇ, ਧਰਮ ਦੇ ਦੁਸ਼ਮਣ ਧਰਮ ਦੇ, ਦੇਸ਼ ਤੇ ਕੌਮ ਦੇ ਰਾਖੇ ਕੁਹਾ ਰਹੇ ਨੇ, ਤੇ ਜਿਹੜੇ ਦੇਸ਼ ਕੌਮ ਧਰਮ ਦੇ ਰਾਖੇ ਨੇ ਉਹਨਾਂ ਨੂੰ ਫਾਂਸੀਆਂ ਤੇ ਲਟਕਾਇਆ ਜਾ ਰਿਹਾ ਹੈ। ਕੋ ਅਜਮਤ ਅਬ ਜਾਏ ਦਿਖਾਵੇ। ਹੁਣ ਇਹੋ ਜਿਹੇ ਭੈੜੇ ਸਮੇਂ ਵਿੱਚ ਔਰੰਗਜ਼ੇਬ ਦੀ ਕਚਹਿਰੀ 'ਚ ਕਿਹੜਾ ਜਾਏਗਾ ਜਿਹੜਾ ਉੱਥੇ ਜਾ ਕੇ ਆਪਣੀ ਕਰਾਮਾਤ, ਆਪਣੀ ਸ਼ਕਤੀ ਦੇ ਨਾਲ ਉਹਨਾਂ ਨੂੰ ਪ੍ਰਭਾਵਿਤ ਕਰ ਸਕੇ। ਆਪਣੀ ਸ਼ਕਤ ਤੇ ਤਾਹਿਦ ਬਾਵੇ। ਕੋਈ ਸ਼ਕਤੀ ਵਾਲਾ ਚਾਹੀਦਾ ਹੈ, ਪੂਰਨ ਪੁਰਸ਼ ਚਾਹੀਦਾ, ਜਿਹੜਾ ਆਪਣੀ ਸ਼ਕਤੀ ਨਾਲ ਜਾ ਕੇ ਤੁਰਕਾਂ ਨੂੰ ਦਬਾ ਲਵੇ। ਜੀਤੈ ਸਭਾ ਕਰਾਵੇ ਮਾਨ। ਜਿਹੜਾ ਸਾਰੀ ਸਭਾ ਨੂੰ ਜਿੱਤ ਲਵੇ। ਤੁਰਕਾਂ ਦੀ ਸਭਾ ਵਿੱਚ ਜਾ ਕੇ ਗੁਰੂ ਨਾਨਕ ਦੇ ਮੱਤ ਦਾ ਡੰਕਾ ਵਜਾ ਦੇਵੇ ਔਰ ਸਾਰਿਆਂ ਨੂੰ ਜਿੱਤ ਕੇ ਚੁੱਪ ਕਰਾ ਦਵੇ। ਤਿਸੇ ਵਿਚਾਰਤ ਹੋਏ ਸੋ ਕੌਣ। ਇੱਥੇ ਹੁਣ ਉਹ ਵਿਚਾਰ ਚੱਲ ਰਹੀ ਹੈ ਗੁਰੂ ਦੇ ਦਰਬਾਰ ਵਿੱਚ। ਅਸੀਂ ਸਾਰੇ ਇਹ ਵਿਚਾਰ ਕਰ ਰਹੇ ਹਾਂ ਵੀ ਹੁਣ ਦਿੱਲੀ ਕੌਣ ਜਾਵੇ, ਕਿਸ ਨੂੰ ਭੇਜੀਏ। ਸੁਨ ਸ਼੍ਰੀ ਰਾਮ ਰਾਏ ਤਬ ਕਹਿਓ। ਜਦੋਂ ਉਸ ਬੇਦੀ ਸਾਹਿਬਜ਼ਾਦੇ ਨੇ ਇਹ ਗੱਲ ਕਹੀ ਤਾਂ ਬਾਬਾ ਰਾਮ ਰਾਏ ਜੀ ਬੋਲੇ, ਕਿਉਂ ਨਾ ਜਾਹੋ ਜਬੋ ਜਹ ਲਹਿਓ। ਕਹਿਣ ਲੱਗੇ ਜਾਣਾ ਚਾਹੀਦਾ, ਜਿੱਥੇ ਜਾਣਾ ਜ਼ਰੂਰੀ ਉੱਥੇ ਜਾਣਾ ਚਾਹੀਦਾ। ਜੇ ਨਾ ਸਰਦਾ ਹੋਵੇ ਕੋਈ ਕੰਮ ਕੀਤੇ ਤੋਂ ਬਿਨਾਂ, ਉਹ ਕੰਮ ਕਰਨਾ ਹੀ ਪੈਣਾ। ਹੁਣ ਦਿੱਲੀ ਜਾਏ ਬਿਨਾਂ ਸਰਨਾ ਤਾਂ ਹੈ ਨਹੀਂ। ਤੁਸੀਂ ਸਾਰੇ ਸਿਆਣੇ ਬਜ਼ੁਰਗ ਬੈਠੇ ਹੋ ਤੇ ਉੱਥੇ ਬਾਦਸ਼ਾਹ ਦੀ ਕਚਹਿਰੀ 'ਚ ਜਾ ਕੇ ਆਪਣਾ ਪੱਖ ਰੱਖਣਾ, ਗੁਰੂ ਨਾਨਕ ਸਾਹਿਬ ਦੀ ਮੱਤ ਦਾ ਡੰਕਾ ਵਜਾਣਾ ਜ਼ਰੂਰੀ ਹੈ। ਬਿਨਾ ਗਏ ਜਹ ਬਨ ਨਹ ਆਵੇ। ਉੱਥੇ ਗਏ ਤੋਂ ਬਿਨਾਂ ਸਰਨਾ ਹੀ ਨਹੀਂ, ਬਾਣੀ ਨਹੀਂ ਆਉਣੀ ਗੱਲ। ਔਰੰਗਜ਼ੇਬ ਕੀ ਆਖੇਗਾ ਵੀ ਗੁਰੂ ਕੇ ਸਿੱਖ ਮੈਥੋਂ ਡਰਦੇ ਨੇ, ਮੇਰੀ ਕਚਹਿਰੀ 'ਚ ਵੀ ਨਹੀਂ ਆਉਣ ਦੀ ਜੁਰਤ ਕਰਦੇ। ਤੇ ਉਹਦੇ ਨਾਲ ਆਪਾਂ ਨੂੰ ਗੱਲ ਕਰਨੀ ਚਾਹੀਦੀ ਆ ਜਾ ਕੇ। ਤਹਾ ਵਿਚਾਰੋ ਚਲਨ ਸੁਭਾਵੇ। ਦੱਸੋ ਵਿਚਾਰ ਕੇ ਜ਼ਰੂਰ ਜਾਓ। ਮੈਂ ਤਾਂ ਇਹ ਸਾਰਿਆਂ ਨੂੰ ਕਹਾਂਗਾ, ਬਾਬਾ ਰਾਮ ਰਾਏ ਜੀ ਸਾਰੇ ਬਜ਼ੁਰਗਾਂ ਨੂੰ, ਬੇਦੀਆਂ ਨੂੰ, ਸੋਢੀਆਂ ਨੂੰ, ਭੱਲਿਆਂ ਨੂੰ, ਸਾਹਿਬਜ਼ਾਦਿਆਂ ਨੂੰ ਕਹਿ ਰਹੇ ਵੀ ਤੁਹਾਡੇ 'ਚੋਂ ਕੋਈ ਮਹਾਂਪੁਰਸ਼ ਉੱਠੋ ਤੇ ਇਸ ਕੰਮ ਲਈ ਜ਼ਰੂਰ ਜਾਓ। ਦਿੱਲੀ ਜਾ ਕੇ ਬਾਦਸ਼ਾਹ ਦੀ ਕਚਹਿਰੀ 'ਚ ਗੁਰੂ ਨਾਨਕ ਸਾਹਿਬ ਜੀ ਦਾ ਪੱਖ ਰੱਖੋ। ਕਿਆ ਸਿਆਣਪ ਹੋਵੇ ਇਸ ਮਾਹੀ। ਹਾਂ, ਜੇ ਆਪਾਂ ਨਹੀਂ ਜਾਣਦੇ ਤਾਂ ਇਹਦੇ 'ਚ ਕੋਈ ਸਿਆਣਪ ਨਹੀਂ ਹੋਵੇਗੀ। ਜੇ ਆਪਾਂ ਬਾਦਸ਼ਾਹ ਦੇ ਸੱਦੇ ਉੱਤੇ ਬਾਦਸ਼ਾਹ ਦੀ ਕਚਹਿਰੀ 'ਚ ਨਹੀਂ ਗਏ ਤਾਂ ਲੋਕ ਕਹਿਣਗੇ ਵੀ ਇਹ ਡਰ ਗਏ ਹਨ, ਜਾਂ ਹੋਰ ਕਈ ਤਰ੍ਹਾਂ ਦੀਆਂ ਊਜਾਂ ਲਾਉਣਗੇ। ਹੋ ਸਕਦਾ ਹੈ ਬਾਦਸ਼ਾਹ ਧੱਕਾ ਵੀ ਕਰੇ, ਫੌਜਾਂ ਭੇਜ ਦੇਵੇ, ਫੌਜਾਂ ਨਾਲ ਮੰਗਾ ਲਵੇ। ਇਸ ਕਰਕੇ ਜਾਣਾ ਜ਼ਰੂਰੀ ਹੈ। ਜਿਉਂ ਕਿਉਂ ਕਰੇ ਮਿਟ ਹੈ ਜੋ ਨਾਹੀ। ਕਿਉਂਕਿ ਔਰੰਗਜ਼ੇਬ ਬੜਾ ਸਿਰੜੀ ਜਿੱਦੀ ਬੰਦਾ ਹੈ, ਉਹਨੇ ਹਟਣਾ ਤਾਂ ਹੈ ਨਹੀਂ। ਉਹਨੇ ਬੰਦੇ ਭੇਜੀ ਜਾਣੇ ਨੇ, ਸੱਦੇ ਭੇਜੀ ਜਾਣੇ ਨੇ, ਤੇ ਜੇ ਬਾਰ-ਬਾਰ ਉਹਦੇ ਸੱਦੇ ਆਉਣਗੇ ਫਿਰ ਜਾਣਾ ਪਵੇਗਾ। ਸੁਨ ਕਰ ਸਕਲ ਅਕਲ ਕੇ ਬੈਨ। ਬਾਬਾ ਰਾਮ ਰਾਏ ਜੀ ਦੇ ਬਚਨ ਬੜੇ ਸਿਆਣਪ ਵਾਲੇ ਸਨ, ਬੜੀ ਅਕਲਮੰਦੀ ਨਾਲ ਉਹਨਾਂ ਨੇ ਬਚਨ ਕੀਤੇ। ਸਾਰੀ ਕਚਹਿਰੀ ਗੁਰੂ ਦੀ, ਜਿੰਨੇ ਗੁਰੂ ਸਾਹਿਬ ਦੇ ਕੋਲ ਗੁਰਸਿੱਖ ਬੈਠੇ ਸੀ, ਬੇਦੀ, ਸੋਢੀ, ਭੱਲੇ, ਤਰੇਣ, ਸਾਰੇ ਹੈਰਾਨ ਹੋ ਗਏ ਬਚਨ ਸੁਣ ਕੇ। ਬੋਰਤ ਪਏ ਚਪਲ ਕਰਨੈਨ। ਤੇ ਸਾਰੇ ਮਹਾਂਪੁਰਸ਼ਾਂ ਨੇ ਬੜੀ ਹੈਰਾਨੀ ਨਾਲ, ਛੋਟੀ ਜਿਹੀ ਉਮਰ ਬਾਬਾ ਰਾਮ ਰਾਏ ਜੀ ਦੀ 14-15 ਸਾਲ ਦੇ, ਤੇ ਮਾੜੀ ਅਜੇ
ਮੁੱਛ ਵੀ ਨਹੀਂ ਸੀ ਫੁੱਟੀ, ਦਾੜਾ ਵੀ ਨਹੀਂ ਸੀ ਆਇਆ, ਬਿਲਕੁਲ ਕੁਮਾਰ ਅਵਸਥਾ ਸੀਗੀ ਤੇ ਸੁੰਦਰ ਬੜੇ ਸਨ। ਬਾਬਾ ਰਾਮ ਰਾਏ ਜੀ ਦੀ ਫੋਟੋ ਦਾਸ ਨੇ ਦਰਸ਼ਨ ਕੀਤੇ ਇੱਕ ਦੋ ਜਗ੍ਹਾ ਤੇ, ਉਸ ਜ਼ਮਾਨੇ ਦੀ ਬਣੀ ਹੋਈ। ਜਿਵੇਂ ਮਹਾਰਾਜ ਸਤਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਸਰੂਪ ਸੁੰਦਰ ਸੀ, ਇਸੇ ਤਰ੍ਹਾਂ ਉਹਨਾਂ ਦੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਵੀ ਬੜੇ ਸੁੰਦਰ ਸਰੂਪ ਸਨ ਤੇ ਬੜੇ ਹੋਣਹਾਰ। ਉਹਨਾਂ ਦੇ ਬਚਨ ਸੁਣ ਕੇ ਇਸ ਪ੍ਰਕਾਰ ਜੋ ਤੀਰਤ ਮਾਰੋ। ਸਾਰਿਆਂ ਨੇ ਆਖਿਆ, ਬਾਬਾ ਜੀ ਜੇ ਤੁਹਾਡੇ 'ਚ ਇੰਨਾ ਹੌਸਲਾ ਹੈ, ਇੰਨੀ ਧੀਰਜ ਨਾਲ ਤੁਸੀਂ ਗੱਲ ਕਰਦੇ ਹੋ, ਕਿਉਂ ਨਹਿ ਨੌ ਰੰਗ ਨਿਕਟ ਸਿਧਾਰੋ। ਤੁਸੀਂ ਕਿਉਂ ਨਹੀਂ ਚਲੇ ਜਾਂਦੇ ਹੋ ਔਰੰਗਜ਼ੇਬ ਦੇ ਕੋਲ? ਜੇ ਆਪ ਜੀ ਇੰਨਾ ਵਿਸ਼ਵਾਸ ਰੱਖ ਰਹੇ ਹੋ, ਇੰਨੇ ਭਰੋਸੇ ਨਾਲ ਕਹਿ ਰਹੇ ਹੋ ਵੀ ਜਾਣਾ ਚਾਹੀਦਾ ਹੈ, ਤੇ ਫਿਰ ਤੁਹਾਨੂੰ ਹੀ ਭੇਜ ਦਈਏ। ਤੁਸੀਂ ਦਿੱਲੀ ਬਾਦਸ਼ਾਹ ਦੀ ਕਚਹਿਰੀ ਵਿੱਚ ਚਲੇ ਜਾਓ। ਦਮਨਹੁ ਦੁਸ਼ਟ ਦਰਪ ਕੋ ਜਾਏ। ਉੱਥੇ ਜਾ ਕੇ ਦੁਸ਼ਟਾਂ ਦਾ ਹੰਕਾਰ ਤੋੜੋ। ਜਿਹੜੇ ਹੰਕਾਰੀ ਆਪਣਾ ਪ੍ਰਤਾਪ ਦਿਖਾ ਕੇ ਹਿੰਦੂਆਂ ਨੂੰ, ਗਰੀਬਾਂ ਨੂੰ, ਮਜਲੂਮਾਂ ਨੂੰ, ਸੰਤਾਂ ਮਹਾਂਪੁਰਸ਼ਾਂ ਨੂੰ ਤੰਗ ਕਰਦੇ ਨੇ, ਉਹਨਾਂ ਹੰਕਾਰੀਆਂ ਦੀ ਕਚਹਿਰੀ ਵਿੱਚ ਗੁਰੂ ਨਾਨਕ ਦਾ ਡੰਕਾ ਵਜਾ ਦਿਓ ਤੁਸੀਂ ਜਾ ਕੇ, ਬਾਬਾ ਜੀ ਸਭ ਕੇ ਤੁਮ ਹੀ ਬਨਹੁ ਸਹਾਏ। ਬਾਬਾ ਰਾਮ ਰਾਏ ਜੀ ਤੁਸੀਂ ਹੀ ਸਾਡੀ ਸਾਰਿਆਂ ਦੀ ਇੱਜ਼ਤ ਰੱਖ ਲਓ, ਸਾਰਿਆਂ ਦੀ ਸਹਾਇਤਾ ਕਰੋ। ਤੁਸੀਂ ਵੱਡੇ ਸਤਿਗੁਰਾਂ ਦੇ ਸਾਹਿਬਜ਼ਾਦੇ ਹੋ, ਤੇ ਜੇ ਤੁਹਾਨੂੰ ਇੰਨਾ ਭਰੋਸਾ ਹੈ ਵੀ ਉੱਥੇ ਜਾਣਾ ਚਾਹੀਦਾ ਹੈ, ਤੇ ਫਿਰ ਤੁਸੀਂ ਚਲੇ ਜਾਓ। ਅਪਰ ਵਿਚਾਰਨ ਕਿਉ ਅਬ ਕਰੈ। ਹੋਰ ਵਿਚਾਰ ਕਰਨ ਦੀ ਲੋੜ ਹੀ ਨਹੀਂ, ਸੋਚਣ ਦੀ ਲੋੜ ਹੀ ਨਹੀਂ। ਚੰਗਾ ਹੋਵੇ ਕਿ ਬਾਬਾ ਜੀ ਤੁਸੀਂ ਹੀ ਕਮਰ ਕਸਾ ਇਸ ਕੰਮ ਲਈ ਕਰ ਲਵੋ। ਜੇ ਇਹ ਕਾਰਜ ਤੁਮ ਤੇ ਸਰੈ। ਬਾਬਾ ਜੀ ਜੇ ਕੰਮ ਤੁਹਾਡੇ ਤੋਂ ਸਰ ਜਾਵੇ, ਫਿਰ ਹੋਰ ਕਿਸੇ ਨੂੰ ਖੇਚਲ ਕਰਨ ਦੀ ਕੀ ਲੋੜ ਹੈ? ਤੁਸੀਂ ਲੱਗਦਾ ਹੈ ਵੀ ਇਸ ਮਸਲੇ ਦੇ ਉੱਤੇ ਬੜੀ ਤਨਦੇਹੀ ਨਾਲ ਡਿਊਟੀ ਨਿਭਾ ਸਕਦੇ ਹੋ, ਗੱਲਬਾਤ ਕਰ ਸਕਦੇ ਹੋ, ਬਾਦਸ਼ਾਹ ਦੀ ਕਚਹਿਰੀ ਨੂੰ ਪ੍ਰਭਾਵਿਤ ਕਰ ਸਕਦੇ ਹੋ। ਸਤਿਗੁਰ ਕੇ ਤੁਮ ਪੁੱਤਰ ਵਡੇਰੇ। ਔਰ ਨਾਲੇ ਤੁਸੀਂ ਸਤਿਗੁਰੂ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਹੋ। ਸਰਬ ਭਾਂਤ ਕੇ ਲਾਇਕ ਹੀਰੇ। ਔਰ ਹਰ ਤਰ੍ਹਾਂ ਨਾਲ ਤੁਸੀਂ ਲਾਇਕ ਵੇਖੇ। ਸਾਨੂੰ ਹਰ ਤਰ੍ਹਾਂ ਨਾਲ ਤੁਹਾਡੇ ਵਿੱਚ ਯੋਗਤਾ ਨਜ਼ਰ ਆਉਂਦੀ ਹੈ। ਇਹ ਕੁਛ ਬਾਤ ਨਹੀਂ ਨਹਿ ਜਾਣੋ। ਇਹ ਗੱਲ ਕੋਈ ਨਵੀਂ ਨਹੀਂ ਹੈ। ਗੁਰੂ ਮਹਾਰਾਜ ਦੇ ਘਰ ਵਿੱਚ, ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਸ਼ਕਤੀ ਜਿਹੜੀ ਹੈ ਉਹ ਤੇ ਕੂਕਰਾਂ ਵਿੱਚ ਵੀ ਹੁੰਦੀ ਹੈ। ਤੁਸੀਂ ਤਾਂ ਮਹਾਰਾਜ ਦੇ ਸਾਹਿਬਜ਼ਾਦੇ ਹੋ, ਸਤਿਗੁਰਾਂ ਦੀ ਅੰਸ਼ ਬੰਸ ਹੋ। ਤੁਹਾਡੇ ਵਿੱਚ ਤਾਂ ਬੇਅੰਤ ਕਰਾਮਾਤਾਂ ਹਨ ਮਹਾਂਪੁਰਸ਼ੋ। ਤੁਮ ਸਮ ਕਰਤ ਰਹਿਤ ਨਹਿ ਛਾਨੋ। ਤੁਹਾਡੇ ਵਰਗੇ ਮਹਾਂਪੁਰਸ਼ ਬਾਬਾ ਅਟਲ ਜੀ ਵੀ ਹੋਏ ਨੇ ਛੋਟੀ ਉਮਰ ਦੇ ਵਿੱਚ, ਜਿਹੜੇ ਰਿਸ਼ਤੇ ਵਿੱਚ ਤੁਹਾਡੇ ਦਾਦਾ ਜੀ ਲੱਗਦੇ ਸਨ, ਪਰ 9 ਸਾਲ ਦੀ ਉਮਰ ਵਿੱਚ ਉਹਨਾਂ ਨੇ ਬੜੀ ਵੱਡੀ ਕਰਾਮਾਤ ਕਰਕੇ ਬਾਬਾ ਅਟਲ ਜੀ ਨੇ ਆਪਣੇ ਹਾਣੀ ਨੂੰ, ਜਿਸ ਨੂੰ ਸੱਪ ਲੜ ਗਿਆ ਸੀ, ਮੁਰਦੇ ਨੂੰ ਜਿੰਦਾ ਕਰ ਦਿੱਤਾ ਸੀ। ਗੁਰੂ ਦੇ ਪੁੱਤਰਾਂ ਵਿੱਚ ਸ਼ਕਤੀ ਹੁੰਦੀ ਹੈ, ਇਹ ਗੱਲ ਸਾਰਿਆਂ ਨੂੰ ਪਤਾ ਹੈ। ਪਿਤਾ ਆਦ ਪੁਨ ਸਭਾ ਜੇ ਸਾਰੀ। ਸਾਰੀ ਸਭਾ ਵੀ, ਸਾਰੀ ਸੰਗਤ ਵੀ ਤੁਹਾਡੇ ਵੱਲ ਵੇਖ ਰਹੀ ਹੈ, ਤੇ ਤੁਹਾਡੇ ਪਿਤਾ ਸਤਿਗੁਰੂ ਮਹਾਰਾਜ ਸਤਵੇਂ ਪਾਤਸ਼ਾਹ ਵੀ ਹੁਣ ਤੁਹਾਡੇ ਵੱਲ ਹੀ ਵੇਖ ਰਹੇ ਹਨ। ਮਰਜੀ ਮਿਲੀ ਸੋ ਏਕ ਵਿਚਾਰੀ। ਤੁਹਾਡੇ ਵੱਲ ਸਾਰਿਆਂ ਦੀ ਅੱਖ ਹੈ। ਇਹ ਜਦੋਂ ਬਾਬਾ ਰਾਮ ਰਾਏ ਜੀ ਨੇ ਵੇਖਿਆ ਵੀ ਸਾਰਿਆਂ ਦੀ ਮਰਜ਼ੀ ਮੈਨੂੰ ਭੇਜਣ ਦੀ ਹੈ, ਪਿਤਾ ਜੀ ਵੀ ਮੈਨੂੰ ਭੇਜ ਕੇ ਰਾਜੀ ਹਨ, ਤੇ ਬਾਕੀ ਵੀ ਸਾਰੇ ਸਿੱਖ ਕਹਿ ਰਹੇ ਹਨ ਜਾਣ ਵਾਸਤੇ। ਮੁਝੋ ਕੋ ਹੀ ਚਾਹਤ ਹੈ ਭੇਜਾ। ਮੈਨੂੰ ਹੀ ਭੇਜਣਾ ਚਾਹੁੰਦੇ ਨੇ। ਬਾਬਾ ਰਾਮ ਰਾਏ ਜੀ ਸਮਝ ਗਏ ਸਾਰਿਆਂ ਦਾ ਇਸ਼ਾਰਾ। ਦਮਨ ਕਰਨ ਤੁਰ ਕੇਸ਼ਰ ਤੇਜਾ। ਬਾਦਸ਼ਾਹ ਔਰੰਗਜ਼ੇਬ ਦਾ ਤਪ ਤੇਜ, ਉਹਨੂੰ ਦਮਨ ਕਰਨ ਲਈ, ਨੱਥ ਪਾਉਣ ਲਈ, ਜਿਹੜਾ ਉਹ ਇੰਨਾ ਹੰਕਾਰੀ ਸੰਤਾਂ ਮਹਾਂਪੁਰਸ਼ਾਂ ਦਾ ਬੈਰੀ ਬਣਿਆ ਹੋਇਆ, ਆਪਣੀਆਂ ਤਾਕਤਾਂ ਦੇ ਵਿੱਚ, ਆਪਣੇ ਪੈਸੇ ਦੇ ਨਸ਼ੇ ਵਿੱਚ ਮਸਤਿਆ ਹੋਇਆ ਹੈ, ਉਹਦਾ ਹੰਕਾਰ ਦੂਰ ਕਰਨ ਵਾਸਤੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਰਾਮ ਰਾਏ ਜੀ ਤਿਆਰ ਹੋਏ ਹਨ। ਇਮਲਖ ਰਾਮ ਰਾਏ ਨੇ ਕਹਿਓ। ਜਦੋਂ ਬਾਬਾ ਰਾਮ ਰਾਏ ਜੀ ਨੇ ਜਾਣਿਆ ਵੀ ਸਾਰੇ ਸਾਨੂੰ ਹੀ ਭੇਜਣਾ ਚਾਹੁੰਦੇ ਆ ਦਿੱਲੀ,
ਤਾਂ ਬਾਬਾ ਰਾਮ ਰਾਏ ਜੀ ਇਉਂ ਬੋਲੇ, ਜੇਕਰ ਸਭਿਨ ਇਹ ਮਤ ਚਾਹਿਓ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਹੱਥ ਜੋੜ ਕੇ ਬਾਬਾ ਰਾਮ ਰਾਏ ਜੀ ਨੇ ਸਾਰਿਆਂ ਬਜ਼ੁਰਗਾਂ ਨੂੰ ਔਰ ਆਪਣੇ ਪਿਤਾ ਜੀ ਨੂੰ ਬੇਨਤੀ ਕੀਤੀ ਕਿ ਜੇ ਸਾਰੇ ਬਜ਼ੁਰਗ, ਸਾਰੀ ਸੰਗਤ ਇਹ ਚਾਹੁੰਦੀ ਹੈ ਵੀ ਮੈਂ ਦਿੱਲੀ ਜਾਵਾਂ, ਤਹਾਂ ਜਾਏ ਜੋ ਕਰਬ ਦਿਖਾਵਨ। ਉੱਥੇ ਦਿੱਲੀ 'ਚ ਜਾ ਕੇ ਜੋ ਕੁਝ ਬੋਲਣਾ ਹੈ, ਜੋ ਕੁਝ ਕਰਨਾ ਹੈ, ਜੋ ਕਰਾਮਾਤ ਦਿਖਾਣੀ ਹੈ, ਕਰਾਮਾਤ ਸੋ ਦੇਹ ਮਨ ਪਾਵਨ। ਕਿਉਂਕਿ ਔਰੰਗਜ਼ੇਬ ਨੇ ਕਰਾਮਾਤ ਤੋਂ ਬਿਨਾਂ ਮੰਨਣਾ ਕੋਈ ਨਹੀਂ, ਉਹਦਾ ਹੋਰ ਕੋਈ ਇਲਾਜ ਕੋਈ ਨਹੀਂ। ਉਹਨੇ ਬਾਰ-ਬਾਰ ਇਹੀ ਕਹਿਣਾ ਵੀ ਕਰਾਮਾਤ ਦਿਖਾਓ, ਕਰਾਮਾਤ ਦਿਖਾਓ। ਜੇ ਕੋਈ ਕਰਾਮਾਤ ਦਿਖਾ ਦੇਵੇ ਤੇ ਉਹਨੂੰ ਨਮਸਕਾਰ ਕਰਦਾ ਹੈ। ਚਮਤਕਾਰ ਕੋ ਨਮਸਕਾਰ। ਇਹ ਔਰੰਗਜ਼ੇਬ ਚਮਤਕਾਰ ਨੂੰ ਨਮਸਕਾਰ ਕਰਦਾ ਹੈ, ਚਮਤਕਾਰ ਦੇਖਦਾ ਹੈ, ਫਿਰ ਮੰਨਦਾ ਹੈ। ਸਤਿਗੁਰ ਪਿਤਾ ਪ੍ਰਸਿੱਧਨ ਹੋਏ। ਜੇ ਮਹਾਰਾਜ ਪਿਤਾ ਜੀ ਪ੍ਰਸੰਨ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਮੇਰੇ ਸਿਰ ਤੇ ਹੱਥ ਰੱਖ ਦੇਣ ਤੇ ਮੈਨੂੰ ਆਗਿਆ ਬਖਸ਼ਣ, ਮੈਂ ਦਿੱਲੀ ਚਲਾ ਜਾਵਾਂ। ਪਠਬ ਉਚਿਤ ਕਰ ਹੈ ਮੋਹਿ ਸੋਏ। ਜੇ ਮਹਾਰਾਜ ਸਤਿਗੁਰੂ ਜੀ ਪਿਤਾ ਜੀ ਮੈਨੂੰ ਭੇਜਣਾ ਚਾਹੁੰਦੇ ਆ, ਯੋਗ ਸਮਝਦੇ ਆ ਵੀ ਬੇਟਾ ਰਾਮ ਰਾਏ ਤੂੰ ਜਾ ਸਕਦਾ, ਆਗਿਆ ਦੇ ਦੇਣ ਤਾਂ ਫਿਰ ਮੈਂ ਚਲਾ ਜਾਵਾਂਗਾ, ਕਿਉਂਕਿ ਕਲਾ ਤੇ ਗੁਰੂ ਦੀ ਵਰਤਣੀ ਹੈ, ਮੈਂ ਤਾਂ ਇੱਕ ਬਹਾਨਾ ਹੀ ਹਾਂ। ਜੇ ਮਹਾਰਾਜ ਸਤਿਗੁਰੂ ਜੀ ਮੈਨੂੰ ਭੇਜਣਗੇ ਤਾਂ ਮੈਂ ਖੁਸ਼ੀ ਨਾਲ ਜਾਵਾਂਗਾ। ਤਾਂ ਮੈਂ ਤੁਮ ਸਭ ਕੀ ਲੈ ਆਇਸ। ਜੇ ਪਿਤਾ ਜੀ ਦੀ ਆਗਿਆ ਹੋ ਗਈ ਤੇ ਮੈਂ ਤੁਹਾਡੀ ਸਾਰੇ ਬਜ਼ੁਰਗਾਂ ਦੀ ਆਗਿਆ ਮੰਨਾਂਗਾ। ਮੈਂ ਤੁਹਾਡੇ ਬੇਦੀਆਂ, ਸੋਢੀਆਂ, ਭੱਲਿਆਂ, ਤ੍ਰੇਣ ਸਾਹਿਬਜ਼ਾਦਿਆਂ ਦਾ ਕਹਿਣਾ ਮੋੜ ਨਹੀਂ ਸਕਦਾ, ਕਿਉਂਕਿ ਤੁਸੀਂ ਵੀ ਗੁਰੂ ਦੀ ਅੰਸ਼ ਬੰਸ ਹੋ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਦੇ ਪਰਿਵਾਰਾਂ ਵਿੱਚੋਂ ਤੁਸੀਂ। ਮੈਂ ਤੁਹਾਡੀ ਆਗਿਆ ਲੈ ਕੇ, ਪਿਤਾ ਜੀ ਦੀ ਆਗਿਆ ਲੈ ਕੇ ਜਾਵਾਂਗਾ। ਕਰਾ ਕਾਜ ਤੇ ਨਿਕਟ ਸਿਧਾਇਸ। ਔਰੰਗੇ ਦੇ ਕੋਲ ਜਾ ਕੇ ਜਿਹੜੀ ਗੱਲਬਾਤ ਕਰਨੀ ਹੈ ਮੈਂ ਕਰਾਂਗਾ, ਮੈਂ ਤਿਆਰ ਹਾਂ। ਮੈਨੂੰ ਆਗਿਆ ਚਾਹੀਦੀ, ਆਸ਼ੀਰਵਾਦ ਚਾਹੀਦਾ ਗੁਰੂ ਦਾ। ਮਹਾਰਾਜ ਪਿਤਾ ਜੀ ਸਿਰ ਤੇ ਹੱਥ ਰੱਖ ਦੇਣ, ਤੁਸੀਂ ਸਾਰੇ ਬਜ਼ੁਰਗ ਮੈਨੂੰ ਆਸ਼ੀਰਵਾਦ ਦੇ ਦਿਓ ਤੇ ਮੈਂ ਜਿਹੜਾ ਵੀ ਮੋਰਚਾ ਫਤਿਹ ਕਰ ਦਿਆਂਗਾ। ਤੁਮ ਸਭ ਹੀਲੇ ਹੋਰੇ ਦੇ ਵਿਚਾਰ। ਤੁਸੀਂ ਸਾਰੇ ਵੱਡੇ ਹੋ, ਬਜ਼ੁਰਗ ਹੋ, ਤੁਹਾਡਾ ਜ਼ਿੰਦਗੀ ਦਾ ਤਜਰਬਾ ਬਹੁਤ ਜ਼ਿਆਦਾ ਹੈ। ਤੁਸੀਂ ਆਪਣੇ ਮਨ ਵਿੱਚ ਵਿਚਾਰ ਕਰਕੇ ਦੱਸੋ ਕਿ ਮੈਨੂੰ ਜਾਣਾ ਚਾਹੀਦਾ। ਜੇ ਤੁਸੀਂ ਸਾਰੇ ਸਮਝਦੇ ਹੋ ਵੀ ਮੈਂ ਜਾਵਾਂ ਤੇ ਕੰਮ ਬਣ ਜਾਏਗਾ, ਤਾਂ ਫਿਰ ਮੈਂ ਜਾਣ ਨੂੰ ਤਿਆਰ ਹਾਂ, ਕਿਉਂਕਿ ਤੁਹਾਡਾ ਗੁਰਸਿੱਖਾਂ ਦਾ, ਬਜ਼ੁਰਗਾਂ ਦਾ ਆਸ਼ੀਰਵਾਦ ਖਾਲੀ ਨਹੀਂ ਜਾਏਗਾ। ਤਹਾਂ ਹੈ ਅਜਮਤ ਕੀ ਕਾਰ। ਪਰ ਇੱਕ ਗੱਲ ਇਹ ਹੈ, ਉੱਥੇ ਗੱਲਾਂ ਬਾਤਾਂ ਨਾਲ ਨਹੀਂ ਹੋ ਸਰਨਾ। ਉੱਥੇ ਗਿਆਨ ਗੋਸ਼ਟੀ ਨਹੀਂ ਕਿਸੇ ਨੇ ਸੁਣਨੀ, ਉੱਥੇ ਮੇਰੀ ਕਥਾ ਨਹੀਂ ਕਿਸੇ ਨੇ ਸੁਣਨੀ, ਉੱਥੇ ਮੇਰੀਆਂ ਦਲੀਲਾਂ ਨਾਲ ਘੱਟ ਗੱਲ ਬਣਨੀ ਹੈ। ਉੱਥੇ ਕਰਾਮਾਤ ਦੀ ਲੋੜ ਹੈ, ਉੱਥੇ ਅਜਮਤ ਦੀ ਲੋੜ ਹੈ, ਉੱਥੇ ਸ਼ਕਤੀ ਦੀ ਲੋੜ ਹੈ। ਬਿਨਾਂ ਕਰਾਮਾਤ ਦੇ, ਬਿਨਾਂ ਅਜਮਤ ਦੇ, ਸ਼ਕਤੀ ਦੇ ਬਿਨਾਂ ਔਰੰਗਜ਼ੇਬ ਦੀ ਕਚਹਿਰੀ ਵਿੱਚ ਗੱਲਾਂ ਬਾਤਾਂ ਨਾਲ ਸਰਨਾ ਨਹੀਂ। ਧਰਮ ਦਰੋਹ ਤੁਰਕਨ ਮਹਿ ਜਾਨੋ। ਕਿਉਂਕਿ ਉਹ ਤੁਰਕ ਜਿਹੜੇ ਹਨ ਧਰਮ ਦੇ ਦੋਖੀ ਹਨ, ਸਾਡੇ ਧਰਮ ਨੂੰ ਮਾੜਾ ਸਮਝਦੇ ਹਨ, ਆਪਣੇ ਧਰਮ ਨੂੰ ਹੀ ਬੜਾ ਉੱਚਾ ਸਮਝਦੇ, ਦੂਜੇ ਧਰਮਾਂ ਨੂੰ ਧਰਮ ਹੀ ਨਹੀਂ ਮੰਨਦੇ। ਤਹਾਂ ਜਾਏ ਕਛ ਰਹਿਨ ਨ ਛਾਨੋ। ਉੱਥੇ ਜਾ ਕੇ ਉੱਥੇ ਰਹਿਣ ਦੀ ਕੋਈ ਗੱਲ ਨਹੀਂ ਹੈ, ਉੱਥੇ ਕੋਈ ਗੱਲ ਲੁਕੀ ਛਿਪੀ ਰਹਿਣੀ ਨਹੀਂ। ਜਿਹੜੀ ਗੱਲ ਹੈ ਸ਼ਰੇਆਮ ਹੋਣੀ ਹੈ। ਉੱਥੇ ਉਹਨਾਂ ਨੇ ਆਪਣੇ ਮਤ ਦੀਆਂ ਗੱਲਾਂ ਕਰਨੀਆਂ ਨੇ ਤੇ ਅਸੀਂ ਆਪਣੇ ਮਤ ਦੀ ਗੱਲ ਕਰਨੀ ਹੈ। ਤੇ ਜੇ ਸਾਡੇ ਕੋਲ ਕੋਈ ਪਾਵਰ, ਕੋਈ ਸ਼ਕਤੀ, ਕੋਈ ਕਰਾਮਾਤ ਹੋਵੇਗੀ ਤੇ ਅਸੀਂ ਆਪਣਾ ਲੋਹਾ ਮਨਾ ਸਕਦੇ ਹਾਂ, ਤੇ ਜੇ ਨਹੀਂ ਤੇ ਫਿਰ ਉਹਨਾਂ ਨੇ ਸਾਨੂੰ ਦਬਾ ਲੈਣਾ ਹੈ। ਕਹਾ ਤੁਰਕਪਤ ਜੈਸੀ ਬਾਤ। ਜਦੋਂ ਔਰੰਗਜ਼ੇਬ ਦੀ ਕਚਹਿਰੀ 'ਚ ਜਾਵਾਂਗੇ, ਉਹ ਜੋ ਵੀ ਆਖੇਗਾ ਦਸ ਦਿਖਾਵਨੋ ਚਾਹ ਬਖਿਆਤ। ਉਹੀ ਕਰਾਮਾਤ ਦਿਖਾਣੀ ਪਏਗੀ। ਉਹਨੇ ਕਹਿਣਾ ਵੀ ਇਹਨੂੰ ਆਹ ਚੀਜ਼ ਦਿਖਾਓ, ਉਹ ਦਿਖਾਣੀ ਪਏ। ਉਹ ਕਹਿੰਦੇ ਆਹ ਦਿਖਾਓ, ਫਿਰ ਉਹ ਦਿਖਾਣੀ ਪਏਗੀ। ਕਰਾਮਾਤ ਦਿਖਾਉਣ ਵਿੱਚ ਉੱਥੇ ਗੁਰੇਜ਼ ਨਹੀਂ ਕਰਨਾ। ਜੇ ਉੱਥੇ ਅਸੀਂ ਗੁਰੇਜ਼ ਕਰਾਂਗੇ, ਕਰਾਮਾਤ ਦਿਖਾ ਨਾ ਸਕਾਂਗੇ,
ਉਹ ਫਿਰ ਸਮਝਣਗੇ ਵੀ ਇਹਨਾਂ ਦੇ ਪੱਲੇ ਹੈ ਹੀ ਕੁਛ ਨਹੀਂ, ਇਹ ਗੱਲਾਂ ਬਾਤਾਂ ਜੋਗੇ ਹੀ ਹਨ। ਤੋ ਬਨ ਆਏ ਤਾਹਿਬ ਕੇ ਮੰਗ। ਸੋ ਬਾਦਸ਼ਾਹ ਦੀ ਕਚਹਿਰੀ ਵਿੱਚ ਉਹਦੀ ਜਿਹੜੀ ਮੰਗ ਹੈ ਉਹ ਪੂਰੀ ਕਰਨੀ ਪਏਗੀ, ਤਾਂ ਬਣ ਹੋਏਗੀ। ਗੁਰੂ ਘਰ 'ਚ ਕਰਾਮਾਤ ਦਿਖਾਣੀ ਮਾੜੀ ਸਮਝਦੇ ਨੇ। ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਬਾਬਾ ਅਟਲ ਜੀ ਨੂੰ ਇਹ ਕਰਾਮਾਤ ਦਿਖਾਣ ਕਰਕੇ ਕਹਿਤਾ ਸੀ ਵੀ ਤੂੰ ਰੱਬ ਦਾ ਸ਼ਰੀਕ ਬਣ ਗਿਆ। ਆਪਣੇ ਪੁੱਤਰ ਨੂੰ ਹੀ ਕਹਿਤਾ ਸੀ ਵੀ ਤੂੰ ਉਹਦੀ ਥਾਂ ਤੇ ਸਰੀਰ ਤਿਆਗ ਦੇ ਜਿਹਨੂੰ ਤੂੰ ਜਿੰਦਾ ਕੀਤਾ ਹੈ। ਤੇ ਬਾਬਾ ਅਟਲ ਰਾਏ ਜੀ 9 ਸਾਲ ਦੀ ਉਮਰ ਚਲਾਣਾ ਕਰ ਗਏ ਸੀਗੇ। ਇਹ ਗੁਰੂ ਘਰ 'ਚ ਕਰਾਮਾਤ ਨੂੰ ਕਹਿਰ ਕਹਿੰਦੇ ਨੇ, ਕਰਾਮਾਤ ਨਹੀਂ ਵਿਖਾਉਂਦੇ। ਪਰ ਔਰੰਗਜ਼ੇਬ ਨੂੰ ਤਾਂ ਵਿਖਾਣੀ ਪੈਣੀ ਹੈ। ਜੇ ਆਪਾਂ ਨਾ ਵਿਖਾਈ ਔਰੰਗਜ਼ੇਬ ਨੂੰ ਕਰਾਮਾਤ, ਤਾਂ ਫਿਰ ਇਹਨਾਂ ਤੁਰਕਾਂ ਨੇ ਆਖਣਾ ਇਹ ਤਾਂ ਐਵੇਂ ਪਖੰਡ ਰਚਿਆ, ਗੁਰੂ ਨਾਨਕ ਦੇ ਘਰ 'ਚ ਕਰਾਮਾਤ ਹੈ ਹੀ ਕੋਈ ਨਹੀਂ। ਨਾ ਹੈ ਤਾਂ ਹੋਏ ਤੇ ਸੋ ਬਦਰੰਗ। ਨਹੀਂ ਤਾਂ ਉਹਦੇ ਨਾਲ ਬਦਰੰਗ ਹੋਵੇਗਾ। ਜੇ ਕਰਾਮਾਤ ਨਾ ਦਿਖਾਈ ਫਿਰ ਉਹ ਕਹੇਗਾ ਮੁਸਲਮਾਨ ਬਣੋ। ਜੇ ਮੁਸਲਮਾਨ ਨਹੀਂ ਬਣਾਂਗੇ ਫਿਰ ਉਹ ਤਸੀਹੇ ਦੇ ਕੇ ਮਾਰ ਦੇਵੇਗਾ। ਇਹ ਤਿੰਨੇ ਹੀ ਰਸਤੇ ਨੇ। ਪਹਿਲਾ ਵੀ ਕਰਾਮਾਤ ਦਿਖਾਓ, ਦੂਜਾ ਮੁਸਲਮਾਨ ਬਣੋ, ਤੀਜਾ ਮੌਤ ਨੂੰ ਕਬੂਲ ਕਰੋ। ਇਹ ਦੇਖ ਲਓ ਤੁਸੀਂ ਬਜ਼ੁਰਗ ਸਾਰੇ ਵੀ ਮੈਂ ਕਿਹੜਾ ਰਸਤਾ ਅਖਤਿਆਰ ਕਰਾਂ। ਕੀ ਮੈਂ ਕਰਾਮਾਤ ਦਿਖਾਵਾਂ ਜਾਂ ਫਿਰ ਆਪਣੀ ਜਾਨ 'ਤੇ ਖੇਡਾਂ, ਕਿਉਂਕਿ ਮੁਸਲਮਾਨ ਤਾਂ ਮੈਂ ਬਣਨਾ ਨਹੀਂ, ਗੁਰੂ ਦਾ ਸਿੱਖ ਹਾਂ, ਗੁਰੂ ਦਾ ਪੁੱਤਰ ਹਾਂ। ਹੁਣ ਦੱਸੋ, ਉੱਥੇ ਜਾ ਕੇ ਕਰਾਮਾਤ ਦਿਖਾਣੀ ਪੈਣੀ ਹੈ। ਸੁਣ ਸ਼੍ਰੀ ਰਾਮ ਰਾਏ ਜੋ ਕਹਿਓ। ਬਾਬਾ ਰਾਮ ਰਾਏ ਜੀ ਨੇ ਜੋ ਬਚਨ ਕਹੇ ਉਸ ਵੇਲੇ ਸਾਰੇ ਬਜ਼ੁਰਗਾਂ ਨੇ ਤੇ ਸਤਿਗੁਰੂ ਸਤਵੇਂ ਪਾਤਸ਼ਾਹ ਜੀ ਨੇ ਸੁਣੇ। ਸਭਨ ਸਰਾਹਿਓ ਲਾਇਕ ਲਹਿਓ। ਸਾਰਿਆਂ ਨੇ ਆਖਿਆ ਬੱਚਾ ਬੜਾ ਸਿਆਣਾ ਹੈ, ਉਮਰ ਤਾਂ ਛੋਟੀ ਹੈ ਪਰ ਇਹਦੀਆਂ ਗੱਲਾਂ, ਇਹਦੀ ਬੁੱਧੀ ਬੜੀ ਵਿਸ਼ਾਲ ਹੈ। ਬਾ ਕਮਾਲ ਬਚਨ ਕਹਿ ਰਿਹਾ ਹੈ ਬੱਚਾ, ਛੋਟਾ ਜਿਹਾ ਬੱਚਾ। ਬਾਬਾ ਰਾਮ ਰਾਏ ਜੀ ਉਦੋਂ ਕੋਈ 12-13 ਸਾਲਾਂ ਦੇ ਇੰਨੀ ਕੁ ਉਮਰ ਦੇ ਹੀ ਸਨ, ਬਹੁਤੀ ਵੱਡੀ ਉਮਰ ਨਹੀਂ ਸੀ। ਛੋਟੀ ਉਮਰ ਦੇ ਵਿੱਚ ਐਡਾ ਵੱਡਾ ਦਿਮਾਗ, ਐਡੀ ਸਿਆਣੀ ਗੱਲ, ਜ਼ਿੰਮੇਵਾਰੀ, ਇੰਨੀ ਜੁਰਤ ਕਰ ਰਹੇ ਨੇ ਬਾਦਸ਼ਾਹ ਦੀ ਕਚਹਿਰੀ 'ਚ ਜਾਣ ਦੀ। ਅਚਿਤ ਵਾਰਤਾ ਕਹੀ ਬਣਾਏ। ਔਰ ਇਹ ਸਾਰਿਆਂ ਨੇ ਆਖਿਆ, ਸਾਰੇ ਬਜ਼ੁਰਗ ਬੇਦੀ ਭੱਲੇ ਤਰੇਣ ਸਾਰੇ ਕਹਿਣ ਲੱਗੇ ਵੀ ਬੱਚਾ ਛੋਟਾ ਹੈ ਪਰ ਗੱਲ ਸਿਆਣੀ ਕੀਤੀ ਹੈ, ਵੱਡਿਆਂ ਨਾਲੋਂ ਵੀ ਸਿਆਣੀ ਕੀਤੀ ਹੈ। ਅਜਮਤ ਬਿਨਾ ਜਾਏ ਕਿਸ ਭਾਏ। ਹਾਂ, ਬਿਨਾਂ ਕਰਾਮਾਤ ਦੇ ਉੱਥੇ ਜਾਣਾ ਮੁਸ਼ਕਲ ਹੈ। ਹੋਰ ਗੱਲਾਂ ਬਾਤਾਂ ਵਾਲੇ ਗਿਆਨੀ ਕਥਾਵਾਚਕ ਤੇ ਬੜੇ ਨੇ, ਪਰ ਔਰੰਗਜ਼ੇਬ ਦੀ ਤਸੱਲੀ ਗੱਲਾਂ ਬਾਤਾਂ ਨਾਲ ਨਹੀਂ ਹੋਣੀ, ਲੈਕਚਰਾਂ ਨਾਲ ਨਹੀਂ ਹੋਣੀ। ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਜੀ ਨੇ ਕਰਾਮਾਤ ਨੂੰ ਕਹਿਰ ਮੰਨਿਆ ਹੈ, ਪਰ ਉਹਦਾ ਕਾਰਨ ਇਹ ਹੈ ਵੀ ਜਿਹੜੇ ਰੱਬ ਦੇ ਸ਼ਰੀਕ ਬਣ ਕੇ ਆਪਣੇ ਆਪ ਰੱਬ ਬਣ ਕੇ ਕਰਾਮਾਤਾਂ ਦਿਖਾਉਣ ਲੱਗ ਪਏ, ਆਪਣੀ ਪੂਜਾ ਕਰਾਉਣ ਲੱਗ ਪਏ, ਆਪਣੇ ਮਜ਼ਹਬ ਨੂੰ, ਆਪਣੀ ਫਿਰਕੇ ਨੂੰ, ਆਪਣੀ ਸੰਪਰਦਾ ਨੂੰ ਵਧਾਉਣ ਲੱਗ ਪਏ, ਉਹਦੇ ਵਾਸਤੇ ਕਰਾਮਾਤ ਦੀ ਵਰਤੋਂ ਕੀਤੀ। ਪਰਮਾਤਮਾ ਤੱਕ ਨਹੀਂ ਜਾ ਸਕਦੇ, ਪਰਮਾਤਮਾ ਦਾ ਗਿਆਨ ਨਹੀਂ ਹੋ ਸਕਦਾ। ਉਹਨਾਂ ਹੰਕਾਰੀ ਬੰਦਿਆਂ ਨੂੰ ਕਰਾਮਾਤ ਜਿਹੜੀ ਜਨਮ ਮਰਨ ਦੇ ਚੱਕਰ 'ਚ ਪਾ ਦਿੰਦੀ ਹੈ। ਇਸ ਕਰਕੇ ਕਹਿ ਰਿਹਾ, ਪਰ ਜੇ ਕਿਤੇ ਨਾਸਤਕ ਬੰਦੇ ਨੂੰ ਦਿਖਾਣੀ ਪੈ ਜੇ, ਉਹਦੀ ਸ਼ਰਧਾ ਬੰਨ੍ਹਣ ਵਾਸਤੇ, ਉਹਦਾ ਵਿਸ਼ਵਾਸ ਬੰਨ੍ਹਣ ਵਾਸਤੇ ਫਿਰ ਦਿਖਾਣੀ ਪੈਂਦੀ ਹੈ। ਜਿਵੇਂ ਗੁਰੂ ਨਾਨਕ ਦੇਵ ਜੀ ਮੱਕੇ ਗਏ ਸੀ, ਮੱਕਾ ਚਰਨਾਂ ਨਾਲ ਘੁਮਾ ਦਿੱਤਾ ਸੀ। ਭਾਈ ਗੁਰਦਾਸ ਜੀ ਨੇ ਆਪਣੀ ਬਾਣੀ 'ਚ ਲਿਖਿਆ ਹੈ, ਫਿਰਿਆ ਮੱਕਾ ਕਲਾ ਦਿਖਾਰੀ, ਕਿ ਮਹਾਰਾਜ ਦੇ ਚਰਨਾਂ ਨਾਲ ਮੱਕਾ ਫਿਰ ਗਿਆ, ਉੱਥੇ ਮਹਾਰਾਜ ਨੇ ਕਲਾ ਦਿਖਾਈ ਹੈ। ਇਸੇ ਤਰ੍ਹਾਂ ਬਲੀ ਕੰਧਾਰੀ ਦਾ ਪੰਜਾ ਲਾ ਕੇ ਪੱਥਰ ਪਹਾੜ ਰੋਕਿਆ ਸੀ, ਚਸ਼ਮਾ ਚਲਾਇਆ ਸੀ, ਉੱਥੇ ਆਪਣੀ ਕਰਾਮਾਤ ਦਿਖਾਈ ਹੈ। ਰੀਠੇ ਮਿੱਠੇ ਕੀਤੇ ਹਨ ਉਹ ਸਾਧ ਸੰਗਤ ਜੀ, ਉੱਥੇ ਵੀ ਸਿੱਧਾਂ ਨੂੰ ਆਪਣੀ ਕਲਾ ਦਿਖਾਈ ਹੈ। ਉਹ ਤਾਂ ਦਿਖਾਈ ਹੈ ਵੀ ਇਹਨਾਂ ਦਾ ਵਿਸ਼ਵਾਸ ਬਣ ਜਾਵੇ ਵੀ ਗੁਰੂ ਪਰਮੇਸ਼ਰ ਦੇ ਘਰ ਸਾਰਾ ਕੁਝ ਹੈ। ਔਰੰਗਜ਼ੇਬ ਦੀ ਕਚਹਿਰੀ 'ਚ ਵੀ ਹੁਣ ਦਿਖਾਣੀ ਪੈਣੀ ਹੈ, ਇਸ ਤੋਂ ਬਿਨਾਂ ਸਰਨਾ ਨਹੀਂ। ਸਾਧ ਸੰਗਤ ਜੀ, ਕਈ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਜਾਇਜ਼ ਤਾਂ ਨਹੀਂ ਹੁੰਦੀਆਂ, ਪਰ ਵਰਤਣੀਆਂ ਪੈਂਦੀਆਂ ਨੇ। ਕਿਸੇ ਬੰਦੇ ਨੂੰ ਮਾਰ ਦੇਣਾ, ਕਿਸੇ ਦਾ ਖੂਨ ਕਰ ਦੇਣਾ, ਕਿਸੇ ਦੀ ਹੱਤਿਆ ਕਰ ਦੇਣੀ ਚੰਗਾ ਕੰਮ ਨਹੀਂ ਹੈ।
ਕਿਸੇ ਨੂੰ ਮਾਰਨਾ ਚੰਗਾ ਕੰਮ ਨਹੀਂ ਹੈ, ਪਰ ਗੁਰੂ ਸਾਹਿਬਾਨ ਨੂੰ ਜੰਗ ਦੇ ਵਿੱਚ ਵੈਰੀਆਂ ਨੂੰ ਮਾਰਨਾ ਪਿਆ ਹੈ, ਜਿਹੜੇ ਚੜ੍ਹ ਕੇ ਆਏ ਹਨ, ਜਿਨ੍ਹਾਂ ਨੇ ਦੂਜਿਆਂ ਦੇ ਘਰ ਉਜਾੜਨੇ ਸੀ, ਧੀਆਂ ਭੈਣਾਂ ਦੀ ਇੱਜ਼ਤ ਲੁੱਟਣੀ ਸੀ, ਲੋਕਾਂ ਦੇ ਘਰ ਸਾੜਨੇ ਸੀਗੇ, ਲੋਕਾਂ ਦੇ ਬੱਚੇ ਮਾਰਨੇ ਸੀਗੇ। ਉਹਨਾਂ ਜ਼ਾਲਮਾਂ ਨੂੰ ਸੋਧਾ ਲਾਣਾ ਪਿਆ ਤਲਵਾਰ ਦੇ ਨਾਲ। ਇੱਥੇ ਗੁਰੂ ਸਾਹਿਬ ਜੀ ਦੀ ਤਲਵਾਰ ਜਾਇਜ਼ ਹੈ। ਇਸੇ ਤਰ੍ਹਾਂ ਕਰਾਮਾਤ ਦੀ ਜਿਹੜੀ ਤੋਪ ਚਲਾਣੀ ਪੈਣੀ ਹੈ, ਬਾਬਾ ਰਾਮ ਰਾਏ ਜੀ ਕਹਿੰਦੇ ਇਹਦੇ ਤੇ ਕੋਈ ਇਤਰਾਜ਼ ਨਾ ਕਰਿਆ ਜੇ। ਦੋਹਰਾ ਸੁਨਤ ਪ੍ਰਸੀਦੇ ਪਿਤਾ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਆਪਣੇ ਪੁੱਤਰ ਦੀਆਂ ਗੱਲਾਂ ਸੁਣ ਕੇ ਬੜੇ ਪ੍ਰਸੰਨ ਹੋਏ। ਅਰ ਕਾਰਜ ਕੋ ਕਾਲ ਤੇ ਕੰਮ ਵੀ ਮੌਕੇ ਦੇ ਉੱਤੇ ਸਿਰ ਦੇ ਉੱਤੇ ਆ ਬਣਿਆ ਹੈ। ਜ਼ਰੂਰੀ ਹੈ, ਦਿੱਲੀ ਜਾਣਾ ਪੈਣਾ ਹੈ, ਬਾਦਸ਼ਾਹ ਦੀ ਕਚਹਿਰੀ ਵਿੱਚ ਜਾ ਕੇ ਗੁਰੂ ਨਾਨਕ ਦੇ ਘਰ ਦੀ ਗੱਲ ਕਰਨੀ ਪੈਣੀ ਹੈ। ਕਹਿਓ ਲੇਹੁ ਅਜਮਤ ਮਹਾ। ਮਹਾਰਾਜ ਕਹਿਣ ਲੱਗੇ, ਪੁੱਤਰ ਜਿੰਨੀਆਂ ਮਰਜ਼ੀ ਕਰਾਮਾਤਾਂ ਗੁਰੂ ਘਰ ਦੇ ਖਜ਼ਾਨੇ ਚੋਂ ਲੈ ਜਾ, ਸਾਰੀਆਂ ਸ਼ਕਤੀਆਂ ਤੈਨੂੰ ਦੇਵਾਂਗੇ, ਤੈਨੂੰ ਅਸੀਂ ਆਪਣੀਆਂ ਪਾਵਰਾਂ ਦੇ ਕੇ ਭੇਜਾਂਗੇ। ਜੇ ਤੂੰ ਜਾਣਾ ਚਾਹੁੰਦਾ ਹੈ ਤਾਂ ਬਾਬੇ ਦੇ ਖਜ਼ਾਨੇ ਦੀਆਂ ਚਾਬੀਆਂ ਫੜਾ ਦੇਵਾਂਗੇ ਤੈਨੂੰ। ਜੋ ਨਾ ਸਕਹਿ ਕੋ ਟਾਲ। ਤਾਂ ਉਹ ਕਰਾਮਾਤਾਂ, ਉਹ ਪਾਵਰਾਂ, ਉਹ ਸ਼ਕਤੀਆਂ ਗੁਰੂ ਨਾਨਕ ਦੇ ਖਜ਼ਾਨੇ ਚੋਂ ਦੇ ਕੇ ਭੇਜਾਂਗੇ, ਜਿਨ੍ਹਾਂ ਨੂੰ ਕੋਈ ਕੱਟ ਨਹੀਂ ਸਕੇਗਾ, ਕੋਈ ਟਾਲ ਨਹੀਂ ਸਕੇਗਾ। ਨਾ ਕੋਈ ਮੌਲਵੀ, ਨਾ ਕੋਈ ਪੀਰ, ਨਾ ਕੋਈ ਜਾਦੂਗਰ, ਨਾ ਕੋਈ ਕਿਸੇ ਤਰ੍ਹਾਂ ਦਾ ਕੋਈ ਕਰਾਮਾਤੀ ਤੁਰਕ ਤੁਹਾਡੇ ਸਾਹਮਣੇ ਖੰਘ ਵੀ ਨਹੀਂ ਸਕੇਗਾ। ਚੌਪਈ ਤਵ ਰਸਨਾ ਪਰ ਕਰ ਹੈ ਬਾਸਾ। ਮਹਾਰਾਜ ਸਤਵੇਂ ਪਾਤਸ਼ਾਹ ਆਪਣੇ ਪੁੱਤਰ ਰਾਮ ਰਾਏ ਨੂੰ ਕਹਿੰਦੇ, ਬੇਟਾ ਅਸੀਂ ਤੇਰੀ ਰਸਨਾ ਤੇ ਵਸਾਂਗੇ। ਜੋ ਤੂੰ ਬਚਨ ਕਹੇਗਾ ਉਹ ਬਚਨ ਪੂਰਾ ਹੋ ਜਾਏਗਾ। ਇਸ ਕਰਕੇ ਤੂੰ ਜਾ ਤੇ ਬਾਦਸ਼ਾਹ ਦੀ ਕਚਹਿਰੀ ਵਿੱਚ ਜਾ ਕੇ ਗੁਰੂ ਨਾਨਕ ਦੇ ਮੱਤ ਦਾ ਪ੍ਰਚਾਰ ਕਰ ਦੇ। ਜੋ ਤਿਸ ਤੇ ਹੋਏ ਬਾਕ ਪ੍ਰਕਾਸ਼ਾ। ਜੋ ਵੀ ਤੇਰੀ ਰਸਨਾ ਤੋਂ ਬਚਨ ਨਿਕਲੇਗਾ, ਕਬਹੁ ਨਥਾ ਹੋਏ ਸੋ ਨਾਹੀ। ਉਹ ਬਚਨ ਕਦੀ ਖਾਲੀ ਨਹੀਂ ਜਾਏਗਾ, ਅਨੇਥਾ ਨਹੀਂ ਜਾਏਗਾ। ਉਹ ਬਚਨ ਜ਼ਰੂਰ ਪੂਰਾ ਹੋਵੇਗਾ। ਸਫਲ ਹੈ ਤਤ ਛਿਨ ਬਾਦ ਨ ਜਾਹੀ। ਉਹ ਬਚਨ ਪੂਰਾ ਹੋਵੇਗਾ, ਵਿਅਰਥ ਜਾਏਗਾ ਹੀ ਨਹੀਂ। ਕੋਈ ਦੁਨੀਆ ਦੀ ਤਾਕਤ ਨਹੀਂ ਤੁਹਾਡਾ ਬਚਨ ਖਾਲੀ ਕਰ ਦੇਵੇ, ਕਿਉਂਕਿ ਸਾਡਾ ਬਚਨ ਹੈ। ਤੁਹਾਡੀ ਰਸਨਾ ਤੇ ਅਸੀਂ ਬੋਲਾਂਗੇ, ਜੋ ਤੁਸੀਂ ਕਹੋਗੇ ਉਹ ਪੂਰਾ ਹੋ ਜਾਏਗਾ। ਅਥਰਾ ਹੋਏ ਥਿਰਾ ਜਸ ਕਹੈ। ਜਿਹੜੀ ਚੀਜ਼ ਨਹੀਂ ਟਿਕ ਸਕਦੀ ਤੁਹਾਡੇ ਕਹਿਣ ਨਾਲ ਟਿਕ ਜੇਗੀ। ਹਵਾ ਹਰ ਵੇਲੇ ਤੁਰਦੀ ਰਹਿੰਦੀ ਹੈ, ਪਰ ਜੇ ਤੁਸੀਂ ਕਹਿਦਾ ਵੀ ਹਵਾ ਰੁਕ ਜਾ ਤੇ ਹਵਾ ਉੱਥੇ ਹੀ ਰੁਕ ਜਾਏਗੀ। ਲਹੈ ਅਚਰਤਾ ਜੋ ਚਰ ਅਹੈ। ਤੇ ਜਿਹੜੀਆਂ ਚੀਜ਼ਾਂ ਨਹੀਂ ਰੁਕਦੀਆਂ, ਜਿਹੜੀਆਂ ਨਹੀਂ ਚੱਲਦੀਆਂ, ਉਹ ਤੁਹਾਡੇ ਕਹਿਣ ਤੇ ਚੱਲਣ ਲੱਗ ਪੈਣਗੀਆਂ। ਯਾਨੀ ਜਿਹੜੀਆਂ ਚੱਲਦੀਆਂ ਨੇ ਤੁਸੀਂ ਰੋਕ ਸਕਦੇ ਹੋ, ਜਿਹੜੀਆਂ ਰੁਕੀਆਂ ਹੋਈਆਂ ਨੇ ਤੁਸੀਂ ਚਲਾ ਸਕਦੇ ਹੋ ਬਚਨ ਦੇ ਨਾਲ। ਜੋ ਨਿਤ ਭਰਿਓ ਰਹਿ ਨਹਿਰਤਾ। ਜਿਹੜੀਆਂ ਚੀਜ਼ਾਂ ਨਿਤ ਭਰੇ ਰਹਿੰਦੀਆਂ, ਕਦੀ ਖਾਲੀ ਨਹੀਂ ਹੁੰਦੀਆਂ। ਸਮੁੰਦਰ ਕਦੀ ਖਾਲੀ ਨਹੀਂ ਹੋਇਆ, ਪਰ ਜੇ ਤੁਸੀਂ ਜਾਓ ਆਪਣੇ ਬਚਨ ਨਾਲ ਸਮੁੰਦਰ ਖਾਲੀ ਕਰ ਸਕਦੇ ਹੋ। ਸੋਰਿਤ ਜਾਏ ਨੈਕ ਜੋ ਚਿਤਾ। ਤੇ ਜਿਹੜੀ ਚੀਜ਼ ਭਰੀ ਹੋਈ ਆ ਖਾਲੀ ਕਰ ਸਕਦੇ ਹੋ, ਖਾਲੀ ਨੂੰ ਭਰ ਸਕਦੇ ਹੋ। ਊਣੇ ਭਰੇ ਭਰੇ ਭਰ ਊਣੇ, ਇਹ ਚਲਤ ਸੁਆਮੀ ਕੇ ਕਾਰਣਾ। ਮਹਾਰਾਜ ਦੀ ਬਾਣੀ 'ਚ ਬਚਨ ਹੁੰਦਾ ਵੀ ਪਰਮੇਸ਼ਰ ਚਾਹੇ ਖਾਲੀਆਂ ਨੂੰ ਭਰ ਦਵੇ, ਭਰਿਆਂ ਨੂੰ ਖਾਲੀ ਕਰ ਦਵੇ। ਮ੍ਰਿਗ ਤ੍ਰਿਸ਼ਨਾ ਜਹ ਰੇਤ ਅਨੀਰ। ਜਿੱਥੇ ਸਾਧ ਸੰਗਤ ਜੀ ਮਿਰਗ ਤ੍ਰਿਸ਼ਨਾ ਮਾਰੂ ਥਲ ਹੈ, ਰੇਤਾ ਹੀ ਰੇਤਾ ਹੈ, ਪਾਣੀ ਨਹੀਂ ਮਿਲਦਾ। ਰਾਜਸਥਾਨ ਦੇ ਵਿੱਚ ਤਹ ਕਰ ਦੇਹ ਜਲਦ ਗੰਭੀਰ। ਉੱਥੇ ਸਮੁੰਦਰ ਬਣਾ ਸਕਦੇ ਹੋ, ਕਿਉਂਕਿ ਅਕਾਲ ਪੁਰਖ ਦੀ ਇਹ ਪਾਵਰ ਹੈ। ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੈ। ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ। ਜਿੱਥੇ ਜਲ ਹੈ ਸੁੱਕਾ ਕਰ ਦੇਵੇ, ਜਿੱਥੇ ਸੁੱਕਾ ਹੈ ਉੱਥੇ ਜਲ ਕਰ ਦੇਵੇ। ਧਰਤੀ ਤੋਂ ਆਕਾਸ਼ ਚੜਾ ਦੇਵੇ, ਆਕਾਸ਼ ਤੋਂ ਥੱਲੇ ਸੁੱਟ ਦੇਵੇ। ਸਾਰੀਆਂ ਪਾਵਰਾਂ ਪਰਮੇਸ਼ਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿੱਚ ਹਨ। ਸ਼੍ਰੀ ਨਾਨਕ ਸਤਿਗੁਰ ਸਮਰੱਥ। ਗੁਰੂ ਨਾਨਕ ਜੀ ਭੰਨਣ ਘੜਨ ਸਮਰੱਥ ਹਨ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਮਹਾਰਾਜ ਗੁਰੂ ਨਾਨਕ ਸਾਹਿਬ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ।
ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਗੁਰੂ ਨਾਨਕ ਸਾਹਿਬ ਪਰਮੇਸ਼ਰ ਜੋ ਚਾਹਣ ਕਰ ਸਕਦੇ ਹਨ। ਇਤਿਆਦਿਕ ਸਭ ਤਿਨ ਕੇ ਹੱਥ, ਇਤਿਆਦਿਕ ਸਾਰੀਆਂ ਪਾਵਰਾਂ ਸਾਰੀਆਂ ਸ਼ਕਤੀਆਂ ਗੁਰੂ ਨਾਨਕ ਸਾਹਿਬ ਦੇ ਹੱਥ ਵਿੱਚ ਹਨ। ਕਲ ਕੇ ਸਭ ਦੁਖ ਨਿਵਾਰਨ ਕੋ, ਭਵ ਤਾਰਨ ਕੋ, ਜਗ ਭੀਤਰ ਆਏ। ਜਗ ਜੀਰਨ ਸਾਧਨ ਦੂਰ ਕਰੇ, ਦ੍ਰਿੜ ਸਾਧਨ ਰਾਮਹਿ ਨਾਮ ਬਤਾਏ। ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਸੰਸਾਰ 'ਚ ਅਵਤਾਰ ਧਾਰਿਆ, ਆਪਣੀਆਂ ਸਾਰੀਆਂ ਪਾਵਰਾਂ ਆਪਣੇ ਸਿੱਖਾਂ ਨੂੰ ਦਿੱਤੀਆਂ ਹਨ। ਸਭ ਸ਼ਕਤਨ ਕੀ ਸ਼ਕਤ ਸਰੂਪ, ਸਾਰੀਆਂ ਸ਼ਕਤੀਆਂ ਦਾ ਸ਼ਕਤੀ ਸਰੂਪ ਹੀ ਗੁਰੂ ਨਾਨਕ ਸਾਹਿਬ ਜੀ ਆਏ ਹਨ। ਜਿਨ ਕੇ ਅਚਰਜ ਚਲਤ ਅਨੂਪ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੌਤਕ ਬੜੇ ਅਚਰਜ ਹਨ। ਉਹਨਾਂ ਦੀ ਮਹਿਮਾ ਬੜੀ ਅਪਰੰਪਾਰ ਹੈ, ਅਨੂਪ ਉਪਮਾ ਤੋਂ ਰਹਿਤ ਹੈ। ਉਹਨਾਂ ਦੇ ਬਰਾਬਰ ਕੋਈ ਹੈ ਹੀ ਨਹੀਂ, ਉਹਨਾਂ ਨੂੰ ਉਪਮਾ ਕਿਸ ਦੀ ਦਈਏ। ਸਭ ਬ੍ਰਹਮੰਡ ਤਿਨ ਕੇ ਅਨੁਸਾਰੀ, ਸਾਰਾ ਬ੍ਰਹਮੰਡ ਸਾਰੀ ਸ੍ਰਿਸ਼ਟੀ ਸਾਰੀ ਕਾਇਨਾਤ ਉਹਨਾਂ ਦੇ ਹੁਕਮ ਵਿੱਚ ਚੱਲਦੀ ਹੈ। ਆਇਸ ਜਹ ਕਹਿ ਟਰਹਿ ਨ ਟਾਰੀ, ਉਹਨਾਂ ਦੀ ਆਇਸ ਆਗਿਆ ਹਰ ਥਾਂ ਤੇ ਲਾਗੂ ਹੁੰਦੀ ਹੈ। ਕੋਈ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਆਗਿਆ ਦਾ ਉਲੰਘਣ ਨਹੀਂ ਕਰ ਸਕਦਾ। ਸੋ ਤਬ ਬਚਨ ਤੇਜ ਪ੍ਰਵਸ਼ਾਇਓ, ਸਤਿਗੁਰੂ ਜੀ ਕਹਿੰਦੇ, ਹੇ ਪੁੱਤਰ RAM ਰਾਏ, ਉਸ ਗੁਰੂ ਨਾਨਕ ਜੀ ਦੇ ਬਚਨਾਂ ਦੀ ਸ਼ਕਤੀ ਤੇਰੀ ਰਸਨਾ ਤੇ ਬੋਲੇਗੀ। ਜੋ ਤੂੰ ਬੋਲੇਗਾ ਤਤਕਾਲ ਪੂਰਾ ਹੋ ਜਾਵੇਗਾ। ਕਰੋ ਨਿਸ਼ੰਕ ਜਥਾ ਮਨ ਭਾਇਓ, ਔਰ ਨਿਸੰਗ ਹੋ ਕੇ ਜੋ ਚਾਹੇ ਕਰ ਸਕਦਾ। ਜਿਵੇਂ ਤੈਨੂੰ ਚੰਗਾ ਲੱਗੇ ਉਵੇਂ ਹੀ ਕਰੀ। ਕੋ ਕਿਸ ਕਾਰਨ ਕਰੋ ਉਚਾਰਨ, ਮਹਾਰਾਜ ਕਹਿੰਦੇ ਕਿਸੇ ਨੂੰ ਵੀ ਕੋਈ ਬਚਨ ਕਿਸੇ ਕਾਰਨ ਕਰਕੇ ਵੀ ਤੂੰ ਕਹਿ ਦੇਗਾ, ਤੇਰੀ ਰਸਨਾ ਤੋਂ ਜੋ ਵੀ ਬਚਨ ਕਿਸੇ ਬਹਾਨੇ ਵੀ ਨਿਕਲ ਜਾਏਗਾ। ਉਚਾਤਨ ਚਿਤ ਉਚਾਵ ਚਟਾਰਨ, ਉਹ ਬਚਨ ਉਸੇ ਵੇਲੇ ਪੂਰਾ ਹੋ ਜਾਵੇਗਾ। ਉਸ ਬਚਨ ਨੂੰ ਉਚਿਤ ਅਨੁਚਿਤ ਉਚਾਵਚ ਟਾਰਨ, ਭਾਵੇਂ ਉਹ ਬਚਨ ਯੋਗ ਹੋਵੇ ਭਾਵੇਂ ਨਾ ਹੋਵੇ, ਅਯੋਗ ਹੋਵੇ। ਯੋਗ ਅਯੋਗ ਕੋਈ ਟਾਲ ਨਹੀਂ ਸਕੇਗਾ ਤੁਹਾਡੀ ਰਸਨਾ ਦੇ ਬੋਲਾਂ ਨੂੰ। ਜਿਸ ਛਿਨ ਜਿਸ ਬਿਦ ਕਰੋ ਉਬਾਚੀ, ਜਿਵੇਂ ਵੀ ਜਿਸ ਵੇਲੇ ਜੋ ਬੋਲੋਗੇ ਤਤ ਛਿਨ ਸਕਲ ਭਾਂਤ ਹੋਏ ਸਾਚੀ, ਉਸੇ ਵੇਲੇ ਉਹ ਬਚਨ ਪੂਰਾ ਹੋ ਜਾਏਗਾ, ਹਰ ਤਰ੍ਹਾਂ ਨਾਲ ਪੂਰਾ ਹੋ ਜਾਏਗਾ। ਅਸ ਮਹਿਮਾ ਕਹਿ ਸਤ ਹੈ ਸੁਨਾਈ। ਇਸ ਤਰ੍ਹਾਂ ਬਾਬਾ RAM ਰਾਏ ਜੀ ਨੂੰ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਦੱਸੀ ਹੈ। ਪੁੱਤਰ, ਭਰੋਸਾ ਗੁਰੂ ਨਾਨਕ ਸਾਹਿਬ ਤੇ ਰੱਖਣਾ ਹੈ। ਆਪਣਾ ਬਲ ਨਹੀਂ ਵਰਤਣਾ, ਆਪਣੇ ਗੁਰੂ ਦਾ ਬਲ ਵਰਤਣਾ ਹੈ। ਤੇ ਗੁਰੂ ਦੇ ਬਲ ਵੇਖ ਕੇ ਕੋਈ ਚੀਜ਼ ਠਹਿਰ ਨਹੀਂ ਸਕਦੀ। ਇਹ ਸਾਰੀਆਂ ਗੱਲਾਂ ਸਤਿਗੁਰੂ ਜੀ ਸਮਝਾਉਣਾ ਕੀਤੀਆਂ RAM ਰਾਏ ਨੂੰ। ਔਰ ਉਤਸ਼ਾਹ ਕਰਨ ਅਧਿਕਾਈ, ਔਰ ਉਹਦਾ ਆਪਣੇ ਪੁੱਤਰ ਦਾ ਉਤਸ਼ਾਹ ਵਧਾ ਦਿੱਤਾ, ਹੌਸਲਾ ਬੁਲੰਦ ਕਰ ਦਿੱਤਾ ਹੈ। ਪੁਨ ਦ੍ਰਿੜਤਾ ਹਿਤ ਬਾਕ ਬਖਾਨੇ, ਤੇ ਫਿਰ ਆਪਣੇ ਪੁੱਤਰ ਨੂੰ ਪੱਕਾ ਕਰਨ ਲਈ ਦ੍ਰਿੜਤਾ ਦੇਣ ਲਈ ਬੋਲੇ ਸਤਿਗੁਰੂ ਜੀ। ਨੌ ਰੰਗ ਅਤਬਾਦੀ ਜਗ ਜਾਣੇ, ਦੇਖੋ ਬੇਟਾ, RAM ਰਾਏ ਬੜਾ ਝਗੜਾਲੂ ਹੈ। ਉਹ ਬਾਦ ਵਿਵਾਦ ਕਰਦਾ ਹੈ, ਸੰਤਾਂ ਮਹਾਂਪੁਰਸ਼ਾਂ ਨਾਲ ਵੈਰ ਕਰਦਾ ਹੈ। ਗੁਰ ਕਰ ਕੋ ਮਤ ਸਰੀ ਬਿਸਾਲਾ, ਔਰ ਗੁਰੂ ਘਰ ਨਾਲ ਈਰਖਾ ਰੱਖਦਾ ਹੈ। ਕਿਸ ਪ੍ਰਸੰਗ ਤੇ ਜੇ ਕਿਸ ਕਾਲਾ, ਕਹਿੰਦੇ ਕਿਸੇ ਕਾਰਨ ਕਰਕੇ ਉਹਦੀ ਕਚਹਿਰੀ ਦੇ ਵਿੱਚ ਕਰਹਿ ਤਰਕ ਮਨ ਕੁਟਲ ਕਟੇਵ, ਜੇ ਕੋਈ ਪੁੱਠੀ ਸਿੱਧੀ ਹੋ ਕੋਈ ਗਲਤ ਟੇਢੇ ਮਨ ਦੇ ਨਾਲ ਕੋਈ ਤਰਕ ਵਿਤਰਕ ਕਰੇ, ਨਿਜ ਮਤ ਕੋ ਕਰ ਹੈ ਅਹੰਮੇਵ, ਆਪਣੀ ਮਤ ਦਾ ਹੰਕਾਰ ਕਰੇ, ਇਸਲਾਮ ਦਾ ਵੀ ਮੇਰਾ ਧਰਮ ਸਹੀ ਹੈ ਤੇ ਗੁਰੂ ਨਾਨਕ ਦਾ ਧਰਮ ਗਲਤ ਹੈ, ਇਦਾਂ ਜੇ ਕੋਈ ਗੱਲ ਆਖੇ, ਅਸਮੰਜਸ ਸੁਨ ਕਹਿ ਨਿਜ ਕਾਨ, ਇਹੋ ਜਿਹੀ ਅਣਬਣ ਪੁੱਠੀ ਗੱਲ ਆਪਣੇ ਕੰਨਾਂ ਨਾਲ ਸੁਣ ਕੇ ਰਾਖਨ ਹੇਤ ਤੁਰਕ ਪਤਮਾਨ, ਉਸ ਔਰੰਗਜ਼ੇਬ ਦਾ ਮਾਣ ਰੱਖਣ ਲਈ ਕਿਤੇ ਝੁਕ ਨਾ ਜਾਇਆ ਜੇ, ਮੂੰਹ ਲਿਹਾਜ਼ਦਾਰੀ ਨਾ ਕਰ ਜਾਏ। ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜਾਣੀ ਜਾਣਦੇ ਆ ਵੀ RAM ਰਾਏ ਨੇ ਆਹ ਗਲਤੀ ਕਰਨੀ ਹੈ।
ਇਸ ਕਰਕੇ ਪਹਿਲਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕਰ ਦਿੱਤਾ, ਤਿਸ ਅਨੁਸਾਰ ਹੋਏ ਨਹਿ ਕਹੈ। ਇਹ ਪੁੱਤਰ ਤੁਰਕਾਂ ਦੀ ਮੱਤ ਸੁਣ ਕੇ ਉਹਨਾਂ ਦੇ ਅਨੁਸਾਰ ਹੀ ਹਾਂ ਚ ਹਾਂ ਨਹੀਂ ਮਿਲਾਣੀ। ਗੁਰ ਕੀ ਲਗਤਾ ਜਿਸ ਮਹਿਲ ਹੈ। ਜਿਹਦੇ ਚ ਗੁਰੂ ਸਾਹਿਬ ਜੀ ਨੂੰ ਨੀਵਾਂ ਦਿਖਾਉਂਦੇ ਹੋਣ ਉੱਥੇ ਨੀਵਾਂ ਨਹੀਂ ਹੋਣ ਦੇਣਾ, ਭਾਵੇਂ ਸੀਸ ਚਲਾ ਜਾਵੇ। ਆਪਣੇ ਗੁਰੂਆਂ ਦੀ ਨਿੰਦਾ ਨਹੀਂ ਸੁਣਨੀ। ਸਾਧ ਸੰਗਤ ਜੀ, ਗੁਰੂ ਦਾ ਸਿੱਖ ਹੋਰ ਹਰ ਗੱਲ ਸਹਿ ਸਕਦਾ ਹੈ, ਪਰ ਆਪਣੇ ਗੁਰੂ ਦੀ ਨਿੰਦਾ, ਸਤਿਗੁਰਾਂ ਦੀ ਗੁਰਬਾਣੀ ਦੀ ਨਿੰਦਾ ਨਹੀਂ ਸੁਣੀ ਜਾਂਦੀ। ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੀ ਨਿੰਦਾ ਕਰਦੇ ਹਨ ਉਹ ਸਾਡੇ ਕੁਛ ਵੀ ਨਹੀਂ ਲੱਗਦੇ। ਭਾਵੇਂ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੀ ਨਿੰਦਾ ਕਰਨ, ਭਾਵੇਂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਬਾਣੀ ਦੀ ਨਿੰਦਾ ਕਰਨ, ਜਾਂ ਭਾਈ ਗੁਰਦਾਸ ਜੀ ਮਹਾਂਪੁਰਸ਼ਾਂ ਦੀ ਬਾਣੀ, ਭਾਈ ਨੰਦ ਲਾਲ ਜੀ ਦੀ ਬਾਣੀ, ਅਥਵਾ ਜਿਹੜੇ ਗੁਰੂ ਇਤਿਹਾਸ ਦੇ ਮਹਾਨ ਗ੍ਰੰਥ ਹਨ ਉਹਨਾਂ ਦੀ ਨਿੰਦਾ ਹੈ, ਇਹ ਨਾ ਕਰਨੀ ਚਾਹੀਦੀ, ਨਾ ਸੁਣਨੀ ਚਾਹੀਦੀ ਹੈ। ਆਪਣਾ ਭਰੋਸਾ ਸਤਿਗੁਰੂ ਜੀ ਤੇ ਰੱਖਣਾ ਚਾਹੀਦਾ ਹੈ। ਹਾਂਜੀ, ਤਬ ਤੁਮ ਧੀਰਜ ਧਰ ਅਰ ਆਛੇ। ਮਹਾਰਾਜ ਕਹਿੰਦੇ, ਪੁੱਤਰ ਰਾਮ ਰਾਏ, ਜਦੋਂ ਔਰੰਗਜ਼ੇਬ ਦੀ ਕਚਹਿਰੀ 'ਚ ਕੋਈ ਗੁਰਬਾਣੀ ਦੇ ਜਾਂ ਗੁਰੂ ਸਿਧਾਂਤ ਦੇ ਉਲਟ ਬੋਲੇ, ਉੱਥੇ ਹੌਸਲਾ ਰੱਖੀ, ਡਰੀ ਨਾ, ਕਿਸੇ ਦੇ ਮੂੰਹ ਲਿਹਾਜ਼ ਵਿੱਚ ਨਾ ਆਵੀਂ, ਫਟਾਫਟ ਗੁਰੂ ਦਾ ਪੱਖ ਦੱਸ ਦੇਵੀਂ ਤੇ ਨਿਡਰ ਹੋ ਕੇ ਦਸੀ। ਕਹਿਓ ਜਥਾਰਥ ਹੋਏ ਇਤ ਪਾਛੇ। ਔਰ ਜੋ ਤੂੰ ਕਹੇਗਾ ਨਾ ਹੋਣਾ ਉਹੀ ਹੈ। ਤੇਰੇ ਬਚਨਾਂ 'ਚ ਤਾਕਤ ਹੈ, ਕੋਈ ਤੇਰੇ ਸਾਹਮਣੇ ਕੁਸਕੇਗਾ ਨਹੀਂ, ਪਰ ਕਿਸੇ ਦਾ ਲਿਹਾਜ਼ ਨਾ ਕਰੀ, ਝੂਠਾ ਲਿਹਾਜ਼ ਨਾ ਕਰੀ, ਬੇਲਿਹਾਜ਼ ਵੀ ਨਹੀਂ ਹੋਣਾ ਚਾਹੀਦਾ, ਕਿਸੇ ਦੀ ਨਿੰਦਾ ਨਹੀਂ ਕਰਨੀ ਚਾਹੀਦੀ, ਕਿਸੇ ਦੀ ਬੇਇੱਜ਼ਤੀ ਨਹੀਂ ਕਰਨੀ ਚਾਹੀਦੀ। ਉਹ ਬੇਲਿਹਾਜ਼ੀ ਨਹੀਂ ਮਹਾਰਾਜ ਦੱਸ ਰਹੇ ਇੱਥੇ। ਮਹਾਰਾਜ ਕਹਿੰਦੇ ਵੀ ਕਿਸੇ ਦੇ ਲਿਹਾਜ਼ ਵਿੱਚ ਆ ਕੇ ਆਪਣਾ ਪੱਖ ਵੀ ਨਹੀਂ ਛੱਡੀਦਾ ਹੁੰਦਾ, ਆਪਣੇ ਗੁਰੂ ਦੀ ਮੱਤ ਨਹੀਂ ਛੱਡੀ ਦੀ। ਆਪਣੇ ਗੁਰੂ ਦੇ ਮੱਤ ਦੀ ਨਿੰਦਾ ਜੇ ਕੋਈ ਸ਼ਰਾਰਤ ਨਾਲ ਕਰੇ, ਕਈ ਲੋਕ ਬੜੇ ਮਿੱਠੇ ਬਣ ਕੇ ਅੱਜ ਕੱਲ੍ਹ ਕਰਦੇ ਆ, ਬੇਅਦਬੀ ਕਰਦੇ ਆ। ਇੱਕ ਪਾਸੇ ਕਹਿਣਗੇ ਅਸੀਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਜੀ, ਹੋਰ ਨਹੀਂ ਕਿਸੇ ਗ੍ਰੰਥ ਨੂੰ ਮੰਨਦੇ। ਉਹ ਬੰਦੇ ਸਭ ਤੋਂ ਖਤਰਨਾਕ ਸਾਧ ਸੰਗਤ ਜੀ ਜ਼ਹਿਰ ਘੋਲ ਰਹੇ ਹੁੰਦੇ ਆ, ਜਿਹੜੇ ਇੱਦਾਂ ਦੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਕੇ, ਹਾਲਾਂਕਿ ਪੜ੍ਹਿਆ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਵੀ ਨਹੀਂ ਹੁੰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੀ, ਜਪਜੀ ਸਾਹਿਬ ਦਾ ਪਾਠ ਵੀ ਨਹੀਂ ਮੈਂ ਦੇਖਿਆ ਕਈਆਂ ਨੂੰ ਆਉਂਦਾ, ਤੇ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਤੇ ਗ੍ਰੰਥਾਂ ਤੇ ਕਿੰਤੂ ਪਰੰਤੂ ਕਰਨ ਲੱਗ ਜਾਂਦੇ ਹੈ। ਇਹੋ ਜਿਹੇ ਚਾਲਬਾਜ਼ ਲੋਕਾਂ ਤੋਂ ਸਾਵਧਾਨ ਰਹਿ ਕੇ ਆਪਣਾ ਨਿਸ਼ਚਾ ਗੁਰਬਾਣੀ ਤੇ ਰੱਖੇ। ਮਹਾਰਾਜ ਗੁਰੂ ਸਾਹਿਬ ਸਤਵੇਂ ਪਾਤਸ਼ਾਹ ਜੀ ਬਾਬੇ ਰਾਮ ਰਾਏ ਨੂੰ ਸਾਰੀਆਂ ਗੱਲਾਂ ਸਮਝਾਉਣਗੇ। ਅੱਗੇ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।